Hello students, this is Dr. Amit Juneja, lecturer economics, Shahid Balwinder Singh, Government Senior Secondary Smart School, Sabwana, District Fazilka। ਤਾਂ ਮੈਂ ਤੁਹਾਡੇ ਸਾਰਿਆਂ ਦਾ ਸਵਾਗਤ ਕਰਦਾ ਅੱਜ ਦੇ ਇਸ ਲੈਕਚਰ ਦੇ ਵਿੱਚ। ਤਾਂ ਆਪਾਂ ਆਪਣੇ ਪਿਛਲੇ ਲੈਕਚਰ 'ਚ ਗੱਲ ਕੀਤੀ ਸੀ ਕਿ ਪੂਰਤੀ ਕੀ ਚੀਜ਼ ਹੁੰਦੀ ਹੈ, ਨੰਬਰ 2 ਪੂਰਤੀ ਦੀ ਮਾਤਰਾ ਕੀ ਚੀਜ਼ ਹੁੰਦੀ ਹੈ, ਨੰਬਰ 3 ਸਟਾਕ ਕੀ ਹੁੰਦਾ ਹੈ। ਪੂਰਤੀ ਤੇ ਪੂਰਤੀ ਦੀ ਮਾਤਰਾ 'ਚ ਕੀ ਡਿਫਰੈਂਸ ਹੈ, ਪੂਰਤੀ ਤੇ ਸਟਾਕ ਦੇ ਵਿੱਚ ਕੀ ਡਿਫਰੈਂਸ ਹੈ, ਇਹ ਆਪਾਂ ਗੱਲ ਕਰ ਲਈ। ਅੱਜ ਆਪਾਂ ਗੱਲ ਕਰਦੇ ਹਾਂ ਪੂਰਤੀ ਦੀਆਂ ਕਿਸਮਾਂ ਦੀ ਕਿ ਪੂਰਤੀ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਨੇ। ਤਾਂ ਦੇਖੋ ਪੂਰਤੀ ਦੀਆਂ ਕਿੰਨੀਆਂ ਕਿਸਮਾਂ ਹੋਣਗੀਆਂ, ਇਹ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਪੂਰਤੀ ਕਰ ਕੌਣ ਰਿਹਾ ਹੈ, ਬਾਜ਼ਾਰ ਦੇ ਵਿੱਚ ਚੀਜ਼ਾਂ ਭੇਜ ਕੌਣ ਰਿਹਾ ਹੈ। ਤਾਂ ਪੂਰਤੀ ਕੌਣ ਕਰ ਸਕਦਾ ਹੈ, ਦੇਖੋ ਜੋ ਉਤਪਾਦਕ ਹੈ ਉਹੀ ਪੂਰਤੀ ਕਰੇਗਾ। ਜੋ ਉਤਪਾਦਨ ਕਰ ਰਿਹਾ ਹੈ, ਜੋ ਚੀਜ਼ਾਂ ਨੂੰ ਬਣਾ ਰਿਹਾ ਹੈ, ਉਹੀ ਚੀਜ਼ਾਂ ਨੂੰ ਭੇਜੂਗਾ ਬਾਜ਼ਾਰ ਦੇ ਵਿੱਚ। ਦੂਜਾ ਬੰਦਾ ਕਿਵੇਂ ਭੇਜ ਲੂਗਾ। ਤਾਂ ਹੁਣ ਕਿੰਨੇ ਉਤਪਾਦਕ ਪੂਰਤੀ ਕਰ ਰਹੇ ਨੇ, ਉਸ ਆਧਾਰ ਤੇ ਆਪਾਂ ਕੀ ਕਰਾਂਗੇ, ਪੂਰਤੀ ਦੀਆਂ ਕਿਸਮਾਂ ਜਿਹੜੀਆਂ ਨੇ ਉਹ ਨਿਰਧਾਰਿਤ ਕਰਾਂਗੇ। ਜਿਹਦੇ ਚ ਜਿਹੜੀ ਪਹਿਲੀ ਪੂਰਤੀ ਆਂਦੀ ਹੈ ਉਹਨੂੰ ਆਪਾਂ ਨਾਮ ਦਿੰਦੇ ਹਾਂ ਵਿਅਕਤੀਗਤ ਪੂਰਤੀ। ਹੁਣ ਇਹਦੇ ਨਾਮ ਤੋਂ ਜਿਹੜਾ ਇਹਨੂੰ ਚੀਜ਼ ਨੂੰ ਕਲੀਅਰ ਕਰੋ, ਵਿਅਕਤੀਗਤ ਪੂਰਤੀ। ਵਿਅਕਤੀਗਤ ਮਤਲਬ ਇੱਕ ਵਿਅਕਤੀ ਦੀ ਪੂਰਤੀ, ਯਾਨੀ ਇਹਦੇ ਚ ਕੀ ਹੋਏਗਾ, ਵਿਅਕਤੀਗਤ ਪੂਰਤੀ ਦੇ ਵਿੱਚ ਇੱਕ ਵਿਅਕਤੀਗਤ ਫਰਮ ਮਤਲਬ ਕੋਈ ਵੀ ਇੱਕ ਫਰਮ ਪਕੜ ਲਓ। ਮੰਨ ਲਓ ਮੈਂ ਕਹਾਂ ਕਿ ਕੱਪੜੇ ਦੀ ਪੂਰਤੀ ਹੋ ਰਹੀ ਹੈ ਜੀ। ਹੁਣ ਕੱਪੜਾ ਬਣਾਉਣ ਵਾਲੀਆਂ ਬੜੀਆਂ ਸਾਰੀਆਂ ਕੰਪਨੀਆਂ ਨੇ। ਆਪਾਂ ਜਦੋਂ ਕੱਪੜਾ ਬਾਜ਼ਾਰ ਚ ਲੈਣ ਜਾਂਦੇ ਆ ਤਾਂ ਜਿਹੜਾ ਕੱਪੜਾ ਵਾਲਾ ਹੈ ਉਹ ਆਪਾਂ ਨੂੰ ਕੀ ਕਰਦਾ, ਆਪਾਂ ਨੂੰ ਬੜੀ ਸਾਰੀ ਕੰਪਨੀਆਂ ਦੇ ਕੱਪੜੇ ਵਿਖਾਉਂਦਾ ਹੈ। ਉਹ ਆਪਾਂ ਨੂੰ ਰੇਮੰਡਸ ਦੇ ਕੱਪੜੇ ਦਿਖਾਏਗਾ, ਆਪਾਂ ਨੂੰ ਰੀਡ ਐਂਡ ਟੇਲਰ ਦੇ ਦਿਖਾਏਗਾ, ਆਪਾਂ ਨੂੰ ਸੀਆਰਾਮ ਦੇ ਦਿਖਾਏਗਾ, ਗ੍ਰਾਸਿਮ ਦੇ ਦਿਖਾਏਗਾ। ਠੀਕ ਹੈ, ਬਹੁਤ ਸਾਰੀਆਂ ਕੰਪਨੀਆਂ ਨੇ ਜਿਹੜਾ ਕੱਪੜਾ ਬਣਾਉਂਦੀਆਂ ਨੇ। ਠੀਕ, ਆਪਾਂ ਕਿਹਾ ਹੁਣ ਉਹ ਕੱਪੜਾ ਬਾਜ਼ਾਰ ਚ ਆਇਆ ਕਿੱਥੋਂ। ਤਾਂ ਸੋਚਣ ਵਾਲੀ ਗੱਲ ਹੈ ਵੀ ਜਿਹੜੀ ਕੰਪਨੀ ਨੇ ਉਹ ਕੱਪੜਾ ਬਣਾਇਆ, ਉਹਨੇ ਉਹਨੂੰ ਕੀ ਕੀਤਾ, ਬਾਜ਼ਾਰ ਦੇ ਵਿੱਚ ਭੇਜਿਆ ਵਿਕਣ ਵਾਸਤੇ। ਹੁਣ ਰੇਮੰਡ ਦਾ ਕੱਪੜਾ ਰੇਮੰਡਸ ਵਾਲਾ ਭੇਜੂਗਾ, ਰੀਡ ਐਂਡ ਟੇਲਰ ਦਾ ਕੱਪੜਾ ਰੀਡ ਐਂਡ ਟੇਲਰ ਵਾਲਾ ਭੇਜੇਗਾ, ਸੀਆਰਾਮ ਦਾ ਕੱਪੜਾ ਸੀਆਰਾਮ ਵਾਲਾ ਭੇਜੇਗਾ, ਗ੍ਰਾਸਿਮ ਦਾ ਕੱਪੜਾ ਗ੍ਰਾਸਿਮ ਵਾਲਾ ਭੇਜੇਗਾ। ਐਵੇਂ ਹੋਏਗਾ। ਤਾਂ ਆਪਾਂ ਹੁਣ ਚਾਰ ਆਪਾਂ ਕੰਪਨੀਆਂ ਦੀ ਐਗਜ਼ਾਮਪਲ ਲਈ, ਪਰ ਆਪਾਂ ਕਿਹਾ ਵੀ ਆਪਾਂ ਜਿਹੜੀ ਪੂਰਤੀ ਦੀ ਗੱਲ ਕਰਨੀ ਹੈ ਨਾ, ਵਿਅਕਤੀਗਤ ਯਾਨੀ ਕਿ ਇੱਕ ਫਰਮ ਦੀ ਪੂਰਤੀ ਦੀ ਗੱਲ ਕਰਨੀ ਹੈ। ਇੱਕ ਫਰਮ ਦੀ ਪੂਰਤੀ ਮਤਲਬ ਕੋਈ ਇੱਕ ਫਰਮ ਇਹਨਾਂ ਚੋਂ ਚੱਕ ਲਓ, ਭਾਵੇਂ ਗ੍ਰਾਸਿਮ ਲੈ ਲਓ, ਭਾਵੇਂ ਸੀਆਰਾਮ ਲੈ ਲਓ, ਭਾਵੇਂ ਰੀਡ ਐਂਡ ਟੇਲਰ ਲੈ ਲਓ, ਭਾਵੇਂ ਰੇਮੰਡ ਲੈ ਲਓ। ਜਿੰਨਾ ਵੀ ਕੰਪਨੀਆਂ ਨੇ ਕੱਪੜੇ ਬਣਾਉਣ ਵਾਲੀਆਂ, ਉਹਨਾਂ ਚੋਂ ਇੱਕ ਕੰਪਨੀ ਚੱਕ ਲਓ। ਠੀਕ, ਮੰਨ ਲਓ ਮੈਂ ਕਹਾਂ ਕਿ ਮੈਂ ਰੇਮੰਡਸ ਜਿਹੜੀ ਹੈ ਉਹ ਪਕੜ ਲਈ। ਤਾਂ ਵਿਅਕਤੀਗਤ ਪੂਰਤੀ ਦਾ ਮਤਲਬ ਹੈ ਵੀ ਜਿਹੜੀ ਰੇਮੰਡਸ ਕੰਪਨੀ ਹੈ ਉਹਨੇ ਆਪਣਾ ਕਿੰਨਾ ਕੱਪੜਾ ਜਿਹੜਾ ਹੈ ਉਹ ਬਾਜ਼ਾਰ ਦੇ ਵਿੱਚ ਭੇਜਿਆ, ਤਾਂ ਉਹ ਕੀ ਹੋਏਗੀ, ਉਹ ਹੋਏਗੀ ਵਿਅਕਤੀਗਤ ਪੂਰਤੀ। ਹੁਣ ਧਿਆਨ ਨਾਲ, ਮੈਂ ਤੇ ਵਿਅਕਤੀਗਤ ਪੂਰਤੀ ਵਰਡ ਯੂਜ਼ ਕੀਤਾ, ਮੈਂ ਵਿਅਕਤੀਗਤ ਪੂਰਤੀ ਦੀ ਮਾਤਰਾ ਵਰਡ ਨਹੀਂ ਯੂਜ਼ ਕੀਤਾ। ਕਿਉਂਕਿ ਜੇ ਮੈਂ ਵਿਅਕਤੀਗਤ ਪੂਰਤੀ ਦੀ ਮਾਤਰਾ ਲਿਖਦਾ ਤਾਂ ਪੂਰਤੀ ਦੀ ਮਾਤਰਾ ਦੇ ਵਿੱਚ ਕੀ ਹੁੰਦਾ, ਮੈਂ ਸਿਰਫ ਇੱਕ ਕੀਮਤ ਲਿਖਦਾ। ਕਿਉਂਕਿ ਆਪਾਂ ਲਾਸਟ ਲੈਕਚਰ 'ਚ ਇਹੀ ਚੀਜ਼ ਡਿਸਕਸ ਕੀਤੀ ਹੈ ਕਿ ਪੂਰਤੀ 'ਚ ਕੀ ਹੋਏਗਾ, ਬਹੁਤ ਸਾਰੀਆਂ ਕੀਮਤਾਂ ਹੋਣਗੀਆਂ, ਉਹਦੇ ਸਾਹਮਣੇ ਬਹੁਤ ਸਾਰੀਆਂ ਪੂਰਤੀ ਹੋਣਗੀਆਂ। ਪਰ ਜੇ ਪੂਰਤੀ ਦੀ ਮਾਤਰਾ ਦੀ ਗੱਲ ਕਰੀਏ ਤਾਂ ਇੱਕ ਕੀਮਤ ਹੋਏਗੀ, ਉਹਦੇ ਸਾਹਮਣੇ ਇੱਕ ਮਾਤਰਾ ਹੋਏਗੀ। ਪਰ ਮੈਂ ਲਿਖਿਆ ਪੂਰਤੀ, ਵਿਅਕਤੀਗਤ ਪੂਰਤੀ ਮਤਲਬ ਰੇਮੰਡ ਵਾਲਾ ਜਿਹੜਾ ਹੈ ਉਹ ਵੱਖ-ਵੱਖ ਕੀਮਤਾਂ ਦੇ ਉੱਪਰ ਕਿੰਨੇ ਕੱਪੜੇ ਦੀ ਪੂਰਤੀ ਕਰਦਾ ਹੈ, ਉਹਨੂੰ ਆਪਾਂ ਕੀ ਕਵਾਂਗੇ, ਵਿਅਕਤੀਗਤ ਪੂਰਤੀ ਕਵਾਂਗੇ। ਯਾਨੀ ਕਿ ਇੱਕ ਫਰਮ ਦੀ ਪੂਰਤੀ, ਵੀ ਕਿਸੇ ਵੀ ਚੀਜ਼ ਨੂੰ ਬਣਾਉਣ ਵਾਲੀ ਜਿਹੜੀ ਇੱਕ ਫਰਮ ਹੈ ਉਹ ਵੱਖ-ਵੱਖ ਕੀਮਤਾਂ ਦੇ ਉੱਪਰ ਆਪਣੀਆਂ ਕਿੰਨੀਆਂ ਚੀਜ਼ਾਂ ਜਿਹੜੀਆਂ ਨੇ ਉਹ ਬਾਜ਼ਾਰ ਦੇ ਵਿੱਚ ਵਿਕਣ ਵਾਸਤੇ ਭੇਜਦੀ ਹੈ, ਉਹਨੂੰ ਆਪਾਂ ਵਿਅਕਤੀਗਤ ਪੂਰਤੀ ਦਾ ਨਾਮ ਜਿਹੜਾ ਹੈ ਉਹ ਦੇ ਦਿਆਂਗੇ। ਠੀਕ ਹੋ ਗਿਆ। ਹੁਣ ਹੋਰ ਕੀ ਹੋ ਸਕਦਾ ਹੈ, ਦੂਸਰਾ ਹੋ ਸਕਦਾ ਹੈ ਉਹਨੂੰ ਆਪਾਂ ਕਵਾਂਗੇ ਬਾਜ਼ਾਰ ਪੂਰਤੀ। ਹੁਣ ਨਾਮ ਤੋਂ ਕਲੀਅਰ ਕਰੋ। ਪਹਿਲੀ ਗੱਲ ਤਾਂ ਇਹ ਹੈ ਕਿ ਇੱਥੇ ਵੀ ਮੈਂ ਪੂਰਤੀ ਵਰਡ ਯੂਜ਼ ਕੀਤਾ ਹੈ, ਤਾਂ ਇੱਥੇ ਵੀ ਪੂਰਤੀ ਦੀ ਮਾਤਰਾ ਨਹੀਂ ਲਿਖਿਆ। ਯਾਨੀ ਇਹਦੇ ਚ ਵੀ ਕੀ ਹੋਏਗਾ, ਪਹਿਲਾਂ ਪੂਰਤੀ ਲਿਖੋ ਫਿਰ ਬਾਜ਼ਾਰ ਲਿਖੋ। ਤਾਂ ਪੂਰਤੀ ਚ ਕੀ ਹੋਏਗਾ, ਬਹੁਤ ਸਾਰੀਆਂ ਕੀਮਤਾਂ ਹੋਣਗੀਆਂ, ਉਹਦੇ ਸਾਹਮਣੇ ਬਹੁਤ ਸਾਰੀਆਂ ਪੂਰਤੀਆਂ ਹੋਣਗੀਆਂ। ਬਿਲੋ ਜੀ ਇੰਨੀ ਕੀਮਤ ਹੈ ਤਾਂ ਇੰਨੀ ਪੂਰਤੀ ਕਰਾਂਗੇ, ਇੰਨੀ ਕੀਮਤ ਹੈ ਤਾਂ ਇੰਨੀ ਪੂਰਤੀ ਕਰਾਂਗੇ, ਇੰਨੀ ਕੀਮਤ ਹੈ ਤਾਂ ਇੰਨੀ ਪੂਰਤੀ ਕਰਾਂਗੇ। ਤਾਂ ਬਹੁਤ ਸਾਰੀਆਂ ਕੀਮਤਾਂ, ਉਹਦੇ ਸਾਹਮਣੇ ਬਹੁਤ ਸਾਰੀਆਂ ਮਾਤਰਾਵਾਂ। ਹੁਣ ਜੋ ਪੂਰਤੀ ਲੈਣੀ ਹੈ ਇੱਕ ਵਿਅਕਤੀਗਤ ਫਰਮ ਦੀ ਨਹੀਂ ਲੈਣੀ, ਪੂਰੇ ਦੇ ਪੂਰੇ ਬਾਜ਼ਾਰ ਦੇ ਵਿੱਚ। ਠੀਕ, ਪੂਰੇ ਦੇ ਪੂਰੇ ਬਾਜ਼ਾਰ ਦੇ ਵਿੱਚ ਉਸ ਚੀਜ਼ ਨੂੰ ਵੇਚਣ ਵਾਲੀਆਂ ਜਿੰਨੀਆਂ ਵੀ ਫਰਮਾਂ ਨੇ, ਮਤਲਬ ਹੁਣੇ ਆਪਾਂ ਗੱਲ ਕੀਤੀ ਸੀ ਕਿ ਮੰਨ ਲਓ ਆਪਾਂ ਕੱਪੜਾ ਬਣਾਉਣ ਦੀਆਂ
ਫਰਮਾਂ ਦੀ ਗੱਲ ਕੀਤੀ, ਮੰਨ ਲਓ ਆਪਾਂ ਕਹੀਏ ਵੀ ਕੱਪੜਾ ਬਣਾਉਣ ਵਾਲੀਆਂ 4 ਫਰਮਾਂ ਨੇ, ਇੱਕ ਹੈ ਗ੍ਰਾਸਿਮ, ਇੱਕ ਹੈ ਰੀਡ ਐਂਡ ਟੇਲਰ, ਇੱਕ ਹੈ ਸੀਆਰਾਮ, ਇੱਕ ਹੈ ਰੇਮੰਡ। ਠੀਕ, ਤਾਂ ਇਹ ਚਾਰੋਂ ਕੰਪਨੀਆਂ, ਵੈਸੇ ਹੋਰ ਵੀ ਹੋ ਸਕਦੀਆਂ ਨੇ, ਆਪਾਂ 4 ਦੀ ਐਗਜ਼ਾਮਪਲ ਲੈ ਰਹੇ ਹਾਂ ਔਰ ਮੰਨ ਰਹੇ ਹਾਂ ਕਿ ਬਾਜ਼ਾਰ ਦੇ ਵਿੱਚ 4 ਹੀ ਕੰਪਨੀਆਂ ਨੇ ਜਿਹੜਾ ਦਾ ਕੱਪੜਾ ਵੇਚਦੀਆਂ ਨੇ। ਤਾਂ ਹੁਣ ਕੀ ਹੋਏਗਾ, ਆਪਾਂ ਨੂੰ ਕੀਮਤਾਂ ਦੇ ਦਿੱਤੀਆਂ ਜਾਣਗੀਆਂ ਕਿ ਲੋ ਜੀ ਕੱਪੜਾ ਜਿਹੜਾ ਹੈ ਉਹਦਾ ਰੇਟ ਹੈਗਾ ਜੀ 500 ਰੁਪਏ ਮੀਟਰ, फिर है जी 550 रुपए मीटर, 600 रुपए मीटर, 700 रुपए मीटर, 1000 रुपए मीटर। ਤਾਂ ਆਪਾਂ ਨੂੰ ਬਹੁਤ ਸਾਰੀਆਂ ਕੀਮਤਾਂ ਦੇਤੀਆਂ ਕਿ ਲੋ ਜੀ 500 ਰੁਪਏ ਮੀਟਰ ਵੀ ਹੋ ਸਕਦਾ ਹੈ, 550 ਵੀ ਹੋ ਸਕਦਾ ਹੈ, 600 ਵੀ ਹੋ ਸਕਦਾ ਹੈ, 700 ਵੀ ਹੋ ਸਕਦਾ ਹੈ, 1000 ਰੁਪਏ ਮੀਟਰ ਵੀ ਹੋ ਸਕਦਾ ਹੈ। ਹੁਣ ਉਹਦੇ ਤੇ ਕੀ ਹੋਏਗਾ, ਪੂਰੇ ਦੇ ਪੂਰੇ ਬਾਜ਼ਾਰ ਦੇ ਵਿੱਚ ਕਿੰਨੀ ਪੂਰਤੀ ਹੋਏਗੀ ਉਹਨੂੰ ਆਪਾਂ ਕੀ ਕਵਾਂਗੇ, ਉਹਨੂੰ ਆਪਾਂ ਬਾਜ਼ਾਰ ਪੂਰਤੀ ਕਵਾਂਗੇ। ਹੁਣ ਬਾਜ਼ਾਰ 'ਚ ਪੂਰਤੀ ਹੋਏਗੀ ਮਤਲਬ ਬਾਜ਼ਾਰ ਦੇ ਵਿੱਚ ਚੀਜ਼ਾਂ ਵਿਕਣ ਵਾਸਤੇ ਆਣਗੀਆਂ। ਹੁਣ ਕਿਵੇਂ ਪਤਾ ਲਾਵਾਂਗੇ, ਆਪਾਂ ਦੇਖਾਂਗੇ ਕਿ ਮੰਨ ਲਓ 500 ਰੁਪਏ ਮੀਟਰ ਰੇਟ ਹੈ ਮੰਨ ਲਓ ਕੱਪੜੇ ਦਾ, ਉਸ ਕੱਪੜੇ ਦੇ 500 ਰੁਪਏ ਰੇਟ ਦੇ ਉੱਪਰ ਗ੍ਰਾਸਿਮ ਕਿੰਨੀਆਂ ਚੀਜ਼ਾਂ ਭੇਜਦਾ ਹੈ, ਰੇਮੰਡਸ ਕਿੰਨੀਆਂ ਚੀਜ਼ਾਂ ਭੇਜਦਾ ਹੈ, ਰੀਡ ਐਂਡ ਟੇਲਰ ਕਿੰਨੀਆਂ ਚੀਜ਼ਾਂ ਭੇਜਦਾ ਹੈ, ਸੀਆਰਾਮ ਕਿੰਨੀਆਂ ਚੀਜ਼ਾਂ ਭੇਜਦਾ ਹੈ, ਸਾਰਿਆਂ ਨੂੰ ਜੋੜ ਦੇਾਂਗੇ ਤਾਂ ਉਹ ਕੀ ਨਿਕਲ ਜਾਏਗੀ, ਉਹ ਬਾਜ਼ਾਰ ਪੂਰਤੀ ਨਿਕਲ ਜਾਏਗੀ। ਬਾਜ਼ਾਰ ਪੂਰਤੀ ਮਤਲਬ ਪੂਰੇ ਦੇ ਪੂਰੇ ਬਾਜ਼ਾਰ ਦੇ ਵਿੱਚ ਉਹ ਚੀਜ਼ ਕਿੰਨੀ ਆ ਰਹੀ ਹੈ, ਕੌਣ ਭੇਜੇਗਾ, ਵੱਖ-ਵੱਖ ਫਰਮਾਂ ਜਿਹੜੀਆਂ ਨੇ ਉਹ ਭੇਜਣਗੀਆਂ ਜੋ ਉਹ ਚੀਜ਼ ਜਿਹੜੀਆਂ ਨੇ ਉਹ ਬਣਾ ਰਹੀਆਂ ਨੇ। ਜਿਵੇਂ ਅਗਰ ਆਪਾਂ ਪੈਨ ਦੀ ਐਗਜ਼ਾਮਪਲ ਲੈ ਲਈਏ, ਪੈਨ ਦੀਆਂ ਬੜੀਆਂ ਸਾਰੀਆਂ ਕੰਪਨੀਆਂ, ਮੰਨ ਲਓ ਅਗਰ ਮੈਂ ਕਹਾਂ ਕਿ ਮੈਂ ਪੂਰਤੀ ਵੇਖਣੀ ਹੈ ਸਿਰਫ ਤੇ ਸਿਰਫ ਰੈਨੋਲਡਸ ਦੀ, ਰੈਨੋਲਡ ਕੰਪਨੀ ਦਾ ਪੈਨ ਕਿੰਨਾ ਆ ਰਿਹਾ ਹੈ ਬਸ ਉਹ ਵੇਖਣਾ ਹੈ, ਤਾਂ ਉਹ ਕਿੱਧਰ ਆਏਗਾ, ਉਹ ਵਿਅਕਤੀਗਤ ਪੂਰਤੀ ਵਿੱਚ ਆਏਗਾ। ਕਿਉਂ ਆਏਗਾ, ਕਿਉਂਕਿ ਮੈਂ ਸਿਰਫ ਇੱਕ ਕੰਪਨੀ ਦੀ ਗੱਲ ਕਰਦਾ ਪਿਆ। ਪਰ ਅਗਰ ਮੈਂ ਕਹਾਂ ਕਿ ਲੋ ਜੀ ਬਾਜ਼ਾਰ 'ਚ ਨਾ ਪੈਨ ਬੜੀਆਂ ਕੰਪਨੀਆਂ ਦੇ ਆਉਂਦੇ ਨੇ, ਰੈਨੋਲਡਸ ਦੇ ਪੈਨ ਆਉਂਦੇ ਨੇ, ਸੈਲੋ ਦਾ ਪੈਨ ਆਉਂਦਾ ਹੈ, ਪਾਰਕਰ ਦੇ ਪੈਨ ਆਉਂਦੇ ਹੈ, ਠੀਕ ਹੈ, ਹੋਰ ਪਾਇਲਟ ਦਾ ਪੈਨ ਆਉਂਦਾ ਹੈ, ਹੋਰ ਇੰਕ ਵਾਲੇ ਪੈਨ ਆਉਂਦੇ ਹੈ, ਬਹੁਤ ਸਾਰੇ ਪੈਨ ਆਉਂਦੇ ਆ। ਤਾਂ ਸਾਰੇ ਪੈਨ ਜਿਹੜੇ ਨੇ ਉਹ ਅਲੱਗ-ਅਲੱਗ ਕੰਪਨੀਆਂ ਬਣਾਉਂਦੀਆਂ ਨੇ। ਤਾਂ ਸਾਰੀਆਂ ਕੰਪਨੀਆਂ ਜਿਹੜੀਆਂ ਨੇ ਉਹ ਟੋਟਲ ਬਾਜ਼ਾਰ ਦੇ ਵਿੱਚ ਕਿੰਨੇ ਪੈਨ ਭੇਜਦੀਆਂ ਨੇ ਵਿਕਣ ਵਾਸਤੇ, ਉਹਨੂੰ ਆਪਾਂ ਕੀ ਕਵਾਂਗੇ, ਬਾਜ਼ਾਰ ਪੂਰਤੀ ਜਿਹੜੀ ਹੈ ਕਹਿ ਦਾਂਗੇ। ਮਤਲਬ ਪੂਰੇ ਦੇ ਪੂਰੇ ਬਾਜ਼ਾਰ ਦੇ ਵਿੱਚ ਉਹ ਚੀਜ਼ ਕਿੰਨੀ ਆ ਰਹੀ ਹੈ ਉਹ ਕੀ ਹੋਏਗਾ, ਬਾਜ਼ਾਰ ਪੂਰਤੀ ਜਿਹੜੀ ਹੈ ਉਹ ਹੋਏਗੀ। ਕਿਵੇਂ ਨਿਕਲੇਗੀ, ਆਪਾਂ ਅਲੱਗ-ਅਲੱਗ ਕੰਪਨੀਆਂ ਦੀ ਪੂਰਤੀ ਕੱਢ ਲਾਂਗੇ ਕਿ ਲੋ ਜੀ ਅਗਰ ਕੀਮਤ ਇੰਨੀ ਹੈ ਨਾ, ਮੰਨ ਲਓ ਕੱਪੜੇ ਦੀ ਐਗਜ਼ਾਮਪਲ ਲਈਏ ਵੀ ਲੋ ਜੀ ਕੀਮਤਾਂ ਦੇਤੀਆਂ ਤੁਹਾਨੂੰ, 5 ਆਪਸ਼ਨ ਦੇਤੇ, ਇਹਦੇ ਉੱਪਰ ਰੀਡ ਐਂਡ ਟੇਲਰ ਨੇ ਕਿੰਨਾ ਕੱਪੜਾ ਭੇਜਿਆ ਪਹਿਲਾਂ ਤਾਂ ਉਹ ਪਤਾ ਲਗਾ ਲਾਂਗੇ, ਫਿਰ ਉਹਦੇ ਤੇ ਸੀਆਰਾਮ ਨੇ ਕਿੰਨਾ ਕੱਪੜਾ ਭੇਜਿਆ ਉਹ ਪਤਾ ਲਗਾ ਲਾਂਗੇ, ਫਿਰ ਉਸ ਤੋਂ ਬਾਅਦ ਰੇਮੰਡਸ ਨੇ ਕਿੰਨਾ ਕੱਪੜਾ ਭੇਜਿਆ ਉਹ ਪਤਾ ਲਗਾ ਲਾਂਗੇ, ਫਿਰ ਗ੍ਰਾਸਿਮ ਨੇ ਕਿੰਨਾ ਕੱਪੜਾ ਭੇਜਿਆ ਉਹ ਪਤਾ ਲਗਾ ਲਾਂਗੇ, ਸਾਰਿਆਂ ਨੂੰ ਜੋੜ ਦਿਆਂਗੇ। ਤਾਂ ਜੇਕਰ ਆਪਾਂ ਪਹਿਲਾਂ ਵਿਅਕਤੀਗਤ ਪੂਰਤੀ ਦਾ ਪਤਾ ਲਗਾ ਲਈਏ ਤਾਂ ਉਹਦੇ ਨਾਲ ਬਾਜ਼ਾਰ ਪੂਰਤੀ ਜਿਹੜੀ ਹੈ ਉਹਦਾ ਪਤਾ ਲਗਾਉਣਾ ਸੌਖਾ ਹੋ ਜਾਂਦਾ ਹੈ। ਕਿਉਂ ਸੌਖਾ ਹੋ ਜਾਂਦਾ ਹੈ ਕਿ ਜੇਕਰ ਆਪਾਂ ਵਿਅਕਤੀਗਤ ਪੂਰਤੀ ਜਿਹੜੀ ਹੈ ਉਹਨੂੰ ਅਗਰ ਆਪਾਂ ਜੋੜ ਦਿੰਨੇ ਆ ਤਾਂ ਉੱਥੋਂ ਕੀ ਨਿਕਲੇਗਾ, ਉੱਥੋਂ ਬਾਜ਼ਾਰ ਪੂਰਤੀ ਜਿਹੜੀ ਹੈ ਉਹ ਨਿਕਲ ਜਾਏਗੀ। ਹੁਣ ਆਪਾਂ ਟੇਬਲ ਬਣਾਵਾਂਗੇ, ਡਾਇਗਰਾਮ ਬਣਾਵਾਂਗੇ, ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਕਲੀਅਰ ਹੋ ਜਾਣਗੀਆਂ। ਤਾਂ ਹੁਣ ਆਪਾਂ ਇਸੇ ਪੂਰਤੀ ਦੀਆਂ ਕਿਸਮਾਂ ਤੋਂ ਅਗਲੇ ਟੌਪਿਕ ਜਿਹੜੇ ਨੇ ਉਹ ਕਰਾਂਗੇ, ਕਿਉਂਕਿ ਅਗਲੇ ਜਿਹੜੇ ਟੌਪਿਕ ਨੇ ਉਹ ਪੂਰਤੀ ਦੀਆਂ ਕਿਸਮਾਂ ਤੇ ਹੀ ਡਿਪੈਂਡ ਕਰਦੇ ਨੇ। ਤਾਂ ਅਗਲਾ ਟੌਪਿਕ ਜਿਹੜਾ ਹੈ ਉਹ ਹੈ ਆਪਣੇ ਕੋਲ ਪੂਰਤੀ ਤਾਲਿਕਾ। ਤਾਂ ਹੁਣ 2 ਵਰਡ ਨੇ ਆਪਣੇ ਕੋਲ, ਪਹਿਲਾਂ 2 ਵਰਡਸ ਨੂੰ ਅਲੱਗ-ਅਲੱਗ ਕਰਦੇ ਆ ਫਿਰ ਦੋਨੋਂ ਨੂੰ ਇਕੱਠਾ ਕਰਾਂਗੇ। ਉਹ ਕਹਿੰਦਾ ਪੂਰਤੀ ਤਾਲਿਕਾ। ਪਹਿਲੀ ਗੱਲ ਫਿਰ ਧਿਆਨ ਦਿਓ ਕਿ ਜੋ ਮੈਂ ਵਰਡ ਯੂਜ਼ ਕੀਤਾ ਹੈ ਉਹ ਮੈਂ ਪੂਰਤੀ ਦੀ ਮਾਤਰਾ ਨਹੀਂ ਕੀਤਾ, ਮੈਂ ਕੀ ਯੂਜ਼ ਕੀਤਾ ਹੈ, ਪੂਰਤੀ। ਮਤਲਬ ਕੀ ਹੋਊਗਾ, ਬਹੁਤ ਸਾਰੀਆਂ ਕੀਮਤਾਂ ਹੋਣਗੀਆਂ ਉਹਦੇ ਸਾਹਮਣੇ, ਬਹੁਤ ਸਾਰੀਆਂ ਪੂਰਤੀ ਹੋਣਗੀਆਂ। ਤਾਂ ਆਪਾਂ ਕੀ ਕਰਨਾ ਹੈ, ਉਹ ਜਿਹੜੀਆਂ ਬਹੁਤ ਸਾਰੀਆਂ ਕੀਮਤਾਂ ਨੇ ਉਹਦੇ ਸਾਹਮਣੇ ਜਿਹੜੀਆਂ ਬਹੁਤ ਸਾਰੀਆਂ ਪੂਰਤੀਆਂ ਨੇ ਉਹਨੂੰ ਕੀ ਕਰਨਾ ਹੈ, ਇੱਕ ਤਾਲਿਕਾ, ਤਾਲਿਕਾ ਮਤਲਬ ਟੇਬਲ, ਆਪਾਂ ਟੇਬਲ ਦੁਆਰਾ ਦਿਖਾਣਾ ਹੈ। ਤਾਂ ਆਪਾਂ ਪੂਰਤੀ ਤਾਲਿਕਾ ਨੂੰ ਕਈ ਵਾਰੀ ਪੂਰਤੀ ਸੂਚੀ ਵੀ ਜਿਹੜਾ ਹੈ ਉਹ ਕਹਿ ਦਿੰਦੇ ਆ। ਸੂਚੀ ਮਤਲਬ ਟੇਬਲ, ਮਤਲਬ ਆਪਾਂ ਸਿੰਪਲ ਜਿਹਾ ਇੱਕ ਟੇਬਲ ਬਣਾਣਾ ਹੈ। ਕਿੰਦਾ ਟੇਬਲ ਬਣਾਣਾ ਹੈ, ਪੂਰਤੀ ਦਾ। ਮਤਲਬ ਆਪਾਂ ਕੀ ਕਰਨਾ ਹੈ, ਪੂਰਤੀ 'ਚ ਬਹੁਤ ਸਾਰੀਆਂ ਕੀਮਤਾਂ, ਉਹਦੇ ਸਾਹਮਣੇ ਬਹੁਤ ਸਾਰੀਆਂ ਪੂਰਤੀ ਦੀਆਂ ਮਾਤਰਾਵਾਂ ਨੂੰ ਆਪਾਂ ਕੀ ਕਰਨਾ ਹੈ, ਆਪਾਂ ਇੱਕ ਟੇਬਲ ਦੁਆਰਾ ਦਿਖਾਣਾ ਹੈ। ਤਾਂ ਹੁਣ ਸੋਚੋ ਆਪਾਂ ਜਿਹੜੀ ਤਾਲਿਕਾ ਬਣਾਣੀ ਹੈ ਜਾਂ ਜਿਹੜੀ ਸੂਚੀ ਬਣਾਣੀ ਹੈ ਉਹ ਕਿੰਦੀ ਬਣਾਣੀ ਹੈ, ਪੂਰਤੀ ਦੀ ਬਣਾਣੀ ਹੈ ਨਾ। ਤਾਂ ਆਪਾਂ ਤਾਂ ਹੁਣੇ ਗੱਲ ਕੀਤੀ ਵੀ ਪੂਰਤੀ ਕਿੰਨੀ ਤਰ੍ਹਾਂ ਦੀ ਹੁੰਦੀ ਹੈ, ਪੂਰਤੀ ਹੁੰਦੀ ਹੈ 2 ਤਰ੍ਹਾਂ ਦੀ। ਕਿਹੜੀ ਕਿਹੜੀ, ਇੱਕ ਹੁੰਦੀ ਹੈ ਵਿਅਕਤੀਗਤ ਪੂਰਤੀ, ਇੱਕ ਹੁੰਦੀ ਹੈ ਬਾਜ਼ਾਰ ਪੂਰਤੀ। ਅਰੇ ਜਦੋਂ ਪੂਰਤੀ ਹੀ 2 ਤਰ੍ਹਾਂ ਦੀ ਹੈ ਤਾਂ ਉਹ ਕਹਿੰਦਾ ਪੂਰਤੀ ਦੀ ਤਾਲਿਕਾ ਬਣਾਓ। ਤੇ ਜੇ ਪੂਰਤੀ 2 ਤਰ੍ਹਾਂ ਦੀ ਹੈ ਤਾਂ ਫਿਰ ਪੂਰਤੀ ਤਾਲਿਕਾ ਵੀ ਕਿੰਨੀ ਤਰ੍ਹਾਂ ਦੀ ਬਣੇਗੀ, 2 ਤਰ੍ਹਾਂ ਦੀ। ਤਾਲਿਕਾ ਮੀਨਸ ਟੇਬਲ,
ਆਪਾਂ ਟੇਬਲ ਬਣਾਉਣਾ ਹੈ, ਠੀਕ ਹੈ। ਤਾਂ ਹੁਣ ਪੂਰਤੀ ਅਗਰ ਦੋ ਤਰ੍ਹਾਂ ਦੀ ਹੈ ਤਾਂ ਪੂਰਤੀ ਦਾ ਟੇਬਲ ਵੀ ਦੋ ਤਰ੍ਹਾਂ ਦਾ ਬਣੇਗਾ। ਜਦੋਂ ਤਾਂ ਆਪਾਂ ਗੱਲ ਕਰਦੇ ਹਾਂ ਵਿਅਕਤੀਗਤ ਪੂਰਤੀ ਦੀ, ਤਾਂ ਉੱਥੋਂ ਆਪਾਂ ਬਣਾਵਾਂਗੇ, ਉਹਨੂੰ ਆਪਾਂ ਨਾਮ ਦੇਵਾਂਗੇ ਵਿਅਕਤੀਗਤ ਪੂਰਤੀ ਤਾਲਿਕਾ। ਮਤਲਬ ਇਹਦੇ ਚ ਆਪਾਂ ਕੀ ਕਰਾਂਗੇ, ਇੱਕ ਜਿਹੜੀ ਵਿਅਕਤੀਗਤ ਫਰਮ ਹੈ, ਵਿਅਕਤੀਗਤ ਮਤਲਬ ਜਿਹੜੀ ਇੱਕ ਫਰਮ ਹੈ, ਉਹਦੀ ਪੂਰਤੀ ਨੂੰ ਆਪਾਂ ਇੱਕ ਤਾਲਿਕਾ ਦੁਆਰਾ ਜਿਹੜਾ ਹੈ ਉਹ ਦਿਖਾਵਾਂਗੇ। ਨਾਮ ਤੋਂ ਕਲੀਅਰ ਕਰ ਲਓ, ਵੀ ਨਾਮ ਤੋਂ ਬਣਾਓਗੇ ਸਾਰੀ ਚੀਜ਼ ਬਣ ਜਾਣੀ ਹੈ ਕਿ ਵਿਅਕਤੀਗਤ ਪੂਰਤੀ ਤਾਲਿਕਾ, ਠੀਕ ਹੈ, ਇੱਕ ਵਿਅਕਤੀਗਤ ਫਰਮ ਦੁਆਰਾ, ठीक, क्योंकि एक फर्म लेनी है, एक तो ज्यादा नहीं लेनी है, ਤਾਂ ਇੱਕ ਫਰਮ ਦੁਆਰਾ ਕਿਉਂਕਿ ਪੂਰਤੀ ਹੈ ਤਾਂ ਵੱਖ-ਵੱਖ ਸੰਭਵ ਕੀਮਤਾਂ ਤੇ ਬਾਜ਼ਾਰ ਦੇ ਵਿੱਚ ਵਿਕਣ ਲਈ ਭੇਜੀਆਂ ਜਾਣ ਵਾਲੀਆਂ ਵੱਖ-ਵੱਖ ਮਾਤਰਾਵਾਂ ਨੂੰ ਦਿਖਾਉਂਦੀ ਹੈ। ਮਤਲਬ ਜੇ ਕੀਮਤਾਂ ਵੱਖ-ਵੱਖ ਨੇ ਤਾਂ ਬਾਜ਼ਾਰ ਦੇ ਵਿੱਚ ਜੋ ਮਾਤਰਾ ਭੇਜ ਰਹੀ ਹੈ, ਜੋ ਕੁਆਂਟੀਟੀ ਚੀਜ਼ ਭੇਜੀ ਜਾ ਰਹੀ ਹੈ, ਜੋ ਵਸਤੂਆਂ ਭੇਜੀਆਂ ਜਾ ਰਹੀਆਂ ਨੇ, ਉਹ ਵੀ ਕੀ ਹੋਣਗੀਆਂ, ਵੱਖ-ਵੱਖ ਹੋਣਗੀਆਂ। ਤਾਂ ਵੱਖ-ਵੱਖ ਸੰਭਵ ਕੀਮਤਾਂ ਤੇ ਵੱਖ-ਵੱਖ ਮਾਤਰਾਵਾਂ ਜੋ ਬਾਜ਼ਾਰ ਦੇ ਵਿੱਚ ਵਿਕਣ ਲਈ ਭੇਜੀਆਂ ਜਾ ਰਹੀਆਂ ਨੇ, ਇੱਕ ਵਿਅਕਤੀਗਤ ਫਰਮ ਦੁਆਰਾ ਉਹਨੂੰ ਅਗਰ ਆਪਾਂ ਇੱਕ ਤਾਲਿਕਾ ਦੁਆਰਾ ਦਿਖਾਣੇ ਹਾਂ ਤਾਂ ਉਹਨੂੰ ਆਪਾਂ ਵਿਅਕਤੀਗਤ ਪੂਰਤੀ ਤਾਲਿਕਾ ਜਿਹੜੀ ਹੈ ਉਹ ਕਹਿ ਦਿੰਦੇ ਆ। ਜੇ ਅਗਰ ਮੈਂ ਕਹਾਂ ਵੀ ਇੱਥੇ ਹੈਗੀ ਹੈ ਆਪਣੇ ਕੋਲ ਕੀਮਤ, ਇੱਥੇ ਹੈਗੀ ਹੈ ਆਪਣੇ ਕੋਲ ਪੂਰਤੀ, ਠੀਕ ਹੈ, ਆਪਾਂ ਪੂਰਤੀ ਲੈ ਲੈਂਦੇ ਆ 1000 ਵਿੱਚ, ਠੀਕ ਹੈ। ਤਾਂ ਆਪਾਂ ਜਦੋਂ ਹੁਣ ਪੂਰਤੀ ਦਿਖਾਣੀ ਹੈ ਨਾ, ਉਹ ਸਿਰਫ ਇੱਕ ਫਰਮ ਦੀ ਦਿਖਾਣੀ ਹੈ। ਕੋਈ ਵੀ ਇੱਕ ਫਰਮ ਪਕੜ ਲਓ, ਮੰਨ ਲਓ ਮੈਂ ਕਹਾਂ ਕਿ ਕੋਈ ਵੀ A ਫਰਮ ਹੈ, ਤਾਂ ਮੈਂ ਇੱਥੇ ਲਿਖ ਦੇਣਾ A ਫਰਮ ਦੀ ਪੂਰਤੀ, ਬਸ सिर्फ एक फर्म ले लो, अपन नाम देता ए, तो ए फर्म है जो पूर्ति करेगी। अगर मैं कमा की जो कीमत चल रही है वो चल रही है मान लो 5 रुपए, ठीक, उनकी चीज का रेट कितना है 5 रुपए। वो कहता 5 रुपए ते अपनी लागतां ही पूरीਆਂ नहीं ਹੁੰਦੀਆਂ, ਤਾਂ 5 रुपए ਤੇ ਕੀ ਹੈ ਸਾਡੀ ਪੂਰਤੀ ਹੈਗੀ ਹੈ 0, ਅਸੀਂ ਨਹੀਂ ਭੇਜਦੇ ਚੀਜ਼ ਬਾਜ਼ਾਰ ਦੇ ਵਿੱਚ, ਠੀਕ। ਫਿਰ ਅਗਰ ਮੰਨ ਲਓ ਕੀ ਹੋਵੇ, ਉਹ ਕਹੇਗਾ ਲੈ ਵੀ ਸਾਨੂੰ ਰੇਟ ਮਿਲ ਗਿਆ 10 रुपए, ਤਾਂ ਉਹ ਕਹਿੰਦਾ 10 रुपए ਰੇਟ ਮਿਲੇਗਾ ਤਾਂ ਅਸੀਂ ਇੱਕ ਚੀਜ਼ ਭੇਜ ਦਿਆਂਗੇ ਬਾਜ਼ਾਰ ਦੇ ਵਿੱਚ। ਉਹ ਕਹਿੰਦਾ ਰੇਟ 15 रुपए ਹੈ, ਅੱਛਾ 15 ਹੋ ਗਿਆ, ਕਹਿੰਦਾ ਦੋ ਚੀਜ਼ਾਂ ਭੇਜ ਦਿੰਨੇ ਆ। ਉਹ ਕਹਿੰਦਾ ਲੈ ਵੀ ਰੇਟ ਹੋ ਗਿਆ 20 रुपए, ਉਹ ਕਹਿੰਦਾ 3000 ਚੀਜ਼ਾਂ ਭੇਜ ਦਿੰਨੇ ਆ। ਉਹ ਕਹਿੰਦਾ ਰੇਟ ਹੋ ਗਿਆ 25 रुपए, ਉਹ ਕਹਿੰਦਾ ਲੈ 4000 ਚੀਜ਼ਾਂ ਭੇਜ ਦਿੰਨੇ ਆ। ਉਹ ਕਹਿੰਦਾ ਰੇਟ ਹੋ ਗਿਆ 30 रुपए, ਉਹ ਕਹਿੰਦਾ 5000 ਚੀਜ਼ਾਂ ਭੇਜ ਦਿੰਨੇ ਆ। ਉਹ ਕਹਿੰਦਾ ਵੱਧ ਤੋਂ 5000 ਹੈਗੀਆਂ ਨੇ, 30 रुपए रेट है, ਇਸ ਤੋਂ ਜ਼ਿਆਦਾ ਮਿਲਣ ਦੀ ਉਮੀਦ ਕੋ ਨਹੀਂ। ਤਾਂ ਕੀ ਕਰਦੇ ਆ, ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਜਿਹੜੀਆਂ 5000 ਚੀਜ਼ਾਂ ਪਈਆਂ 5000 ਦੀਆਂ 5000 ਵੇਚ ਦਿੰਨੇ ਆ। ਅਸੀਂ ਕੀ ਕਰਾਂਗੇ, ਆਪਦੇ ਕੋਲ ਕੁਝ ਵੀ ਸੰਭਾਲ ਕੇ ਨਹੀਂ ਰੱਖਾਂਗੇ। ਤਾਂ ਕੀ ਹੋਇਆ, ਵੱਖ-ਵੱਖ ਕੀਮਤਾਂ ਆ ਗਈਆਂ, ਉਹਦੇ ਸਾਹਮਣੇ ਵੱਖ-ਵੱਖ ਪੂਰਤੀ ਆ ਗਈ, ਤਾਂ ਇਹਨੂੰ ਆਪਾਂ ਪੂਰਤੀ ਤਾਲਿਕਾ ਕਹਿ ਸਕਦੇ ਹਾਂ। ਪਰ ਕਿਉਂਕਿ ਆਪਾਂ ਸਿਰਫ A ਫਰਮ ਦੀ ਪੂਰਤੀ ਦਿਖਾ ਰਹੇ ਹਾਂ ਤਾਂ ਆਪਾਂ ਨਾਮ ਦੇਵਾਂਗੇ ਵਿਅਕਤੀਗਤ ਪੂਰਤੀ, ਠੀਕ। ਹੁਣ ਕੀ ਹੈ, ਦੇਖੋ ਇੱਥੇ ਅਗਰ ਆਪਾਂ ਧਿਆਨ ਨਾਲ ਦੇਖੀਏ, ਅਗਰ ਰੇਟ 5 रुपए ਹੈ, ਉਹ ਕਹਿੰਦਾ ਸਾਡੀ ਪੂਰਤੀ 0 ਹੈ, ਠੀਕ, ਅਸੀਂ ਭੇਜਣ ਨੂੰ ਤਿਆਰ ਹੀ ਨਹੀਂ ਹੈ। ਉਹ ਕਹਿੰਦਾ ਅਗਰ ਤੁਸੀਂ ਚਾਹੁੰਦੇ ਹੋ ਵੀ ਅਸੀਂ ਚੀਜ਼ਾਂ ਬਾਜ਼ਾਰ ਦੇ ਵਿੱਚ ਭੇਜੀਏ ਤਾਂ ਉਹ ਕਹਿੰਦਾ ਘੱਟ ਤੋਂ ਘੱਟ ਸਾਨੂੰ 10 रुपए ਕੀਮਤ ਤਾਂ ਮਿਲਣੀ ਚਾਹੀਦੀ ਹੈ, ਇਸ ਤੋਂ ਘੱਟ ਤਾਂ ਅਸੀਂ ਚੀਜ਼ ਭੇਜਣੀ ਹੈ। ਤਾਂ ਇਹਨੂੰ ਆਪਾਂ ਨਾਮ ਦੇਵਾਂਗੇ ਨਿਊਨਤਮ ਕੀਮਤ, ਠੀਕ ਹੈ। ਕਈ ਵਾਰੀ 1 ਨੰਬਰ ਚ ਕੁਐਸਚਨ ਆ ਜਾਂਦਾ ਹੈ कि न्यूनतम कीमत जड़ी है उस तो की भाव है। तो न्यूनतम कीमत की है, न्यूनतम का मीनिंग क्लियर करो, न्यूनतम की घट तो घट, तो कहते घट तो घट कीमत तो की भाव है, मतलब न्यूनतम कीमत वो कीमत होंदी है जिस दे ऊपर कोई भी फर्म जड़ी है उस तो घट कीमत ते कोई भी चीज बाजार दे विच नहीं बेचेगी। मतलब न्यूनतम कीमत वो कीमत है जो एक फर्म नू जरूर मिलनी चाहिए है ताकि वो अपनियां चीज़ां बाजार दे विच भेजण वास्ते मोटिवेट होवे, वो कहे हाँ जी हुण असीं भेजण नू तैयार आ, ठीक है। तो आप की कहांगे न्यूनतम कीमत कहांगे। नाम तो क्लियर कर लिया जे, घट तो घट कीमत है जो एक फर्म नू जरूर मिलनी चाहिए है। हुण घट तो घट कीमत होएगी कितनी,
ਇਹ ਆਪਾਂ ਹੀ ਨਹੀਂ ਕਰ ਸਕਦੇ, ਉਹਦੀ ਲਾਗਤ ਦੇ ਬਰਾਬਰ ਹੋਏਗੀ, ਕਿਉਂਕਿ ਲਾਗਤਾਂ ਜਿਹੜੀਆਂ ਨੇ ਉਹ ਸਮਝਣ ਤੋਂ ਪਹਿਲਾਂ ਆਪਾਂ ਨੂੰ ਲਾਗਤ ਵਾਲਾ ਚੈਪਟਰ ਕਰਨਾ ਪਏਗਾ। ਤਾਂ ਆਪਾਂ ਜਦੋਂ ਆਪਣਾ ਅਗਲਾ ਚੈਪਟਰ ਸ਼ੁਰੂ ਕਰਾਂਗੇ ਨਾ ਲਾਗਤ ਦੀਆਂ ਧਾਰਨਾਵਾਂ, ਉਦੋਂ ਆਪਾਂ ਇਸ ਚੀਜ਼ ਨੂੰ ਕਲੀਅਰ ਕਰਾਂਗੇ ਕਿ ਨਿਊਨਤਮ ਕੀਮਤ ਜਿਹੜੀ ਹੈ ਉਹ ਕਿੰਨੀ ਹੋਣੀ ਚਾਹੀਦੀ ਹੈ, ਠੀਕ ਹੈ, ਕਿਉਂਕਿ ਲਾਗਤਾਂ ਕਈ ਤਰ੍ਹਾਂ ਦੀਆਂ ਹੁੰਦੀਆਂ ਨੇ, ਠੀਕ ਹੈ। ਆਪਾਂ ਇਸ ਚੀਜ਼ ਨੂੰ ਬੜੀ ਡਿਟੇਲ ਦੇ ਵਿੱਚ ਡਿਸਕਸ ਕਰਾਂਗੇ ਆਪਣੇ ਲਾਗਤ ਵਾਲੇ ਚੈਪਟਰ ਦੇ ਵਿੱਚ, ਇਹਨੂੰ ਆਪਾਂ ਦੁਬਾਰਾ ਡਿਸਕਸ ਕਰਾਂਗੇ ਉਦੋਂ ਕਿ ਲੋ ਜੀ ਇੱਕ ਫਰਮ ਨੂੰ ਨਿਊਨਤਮ ਕੀਮਤ, ਘੱਟ ਤੋਂ ਘੱਟ ਕੀਮਤ ਜਿਹੜੀ ਹੈ ਉਹ ਕਿੰਨੀ ਮਿਲੇ, ਤਾਂ ਕਿ ਉਹ ਇਹ ਕਵੇ ਕਿ ਲੋ ਜੀ ਹਾਂ ਹੁਣ ਮੈਂ ਬਾਜ਼ਾਰ ਦੇ ਵਿੱਚ ਚੀਜ਼ਾਂ ਭੇਜਣ ਨੂੰ ਤਿਆਰ ਹਾਂ। ਤਾਂ ਆਪਾਂ ਅਗਰ ਇਸ ਟੇਬਲ ਨੂੰ ਧਿਆਨ ਨਾਲ ਦੇਖੀਏ ਤਾਂ ਕੀ ਪਤਾ ਲੱਗ ਰਿਹਾ ਹੈ, ਜਿਵੇਂ ਜਿਵੇਂ ਕੀਮਤ ਜਿਹੜੀ ਹੈ ਉਹ ਵੱਧ ਰਹੀ ਹੈ, ਦੇਖੋ 5 ਰੁਪਏ 10 ਰੁਪਏ 15 ਰੁਪਏ 20 ਰੁਪਏ 25 ਰੁਪਏ 30 ਰੁਪਏ, ਉਵੇਂ ਕੀ ਹੋ ਰਿਹਾ ਹੈ, ਪੂਰਤੀ ਜਿਹੜੀ ਹੈ ਉਹ ਵੱਧ ਰਹੀ ਹੈ। 0 1 2 3 4 5 ਤਾਂ ਕੀ ਹੋਇਆ, ਪ੍ਰੂਫ ਕੀ ਹੋਇਆ, ਪ੍ਰੂਫ ਹੋਇਆ ਵੀ ਕੀਮਤ ਦੇ ਵਿੱਚ ਤੇ ਪੂਰਤੀ ਦੇ ਵਿੱਚ ਕੀ ਹੁੰਦਾ ਹੈ, ਸਿੱਧਾ ਸੰਬੰਧ ਹੁੰਦਾ ਹੈ। ਮਤਲਬ ਜਿਹੜੀ ਇੱਕ ਫਰਮ ਹੈ ਉਹਨੂੰ ਆਪਣੀ ਵਸਤੂ ਦੀ ਕੀਮਤ ਜਿੰਨੀ ਜ਼ਿਆਦਾ ਮਿਲੇਗੀ, ਉਹ ਕੀ ਕਰੇਗੀ, ਉਨੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਜ਼ਿਆਦਾ ਭੇਜੇਗੀ। ਕਿਉਂ ਭੇਜੇਗੀ, ਉਹ ਕਹੇਗੀ ਦੇਖੋ ਜੀ ਜਿੰਨੀ ਕੀਮਤ ਜ਼ਿਆਦਾ ਮਿਲ ਰਹੀ ਹੈ ਸਾਨੂੰ ਉਹਨੇ ਮੁਨਾਫੇ ਜ਼ਿਆਦਾ ਹੋ ਰਹੇ ਹੈ, ਤਾਂ ਜਿੰਨੇ ਮੁਨਾਫੇ ਜ਼ਿਆਦਾ ਹੋ ਰਹੇ ਹੈ ਸਾਨੂੰ ਉਨੀਆਂ ਚੀਜ਼ਾਂ ਬਾਜ਼ਾਰ ਦੇ ਵਿੱਚ ਜ਼ਿਆਦਾ ਭੇਜਣੀਆਂ ਚਾਹੀਦੀਆਂ ਨੇ। ਤਾਂ ਜਿਵੇਂ ਜਿਵੇਂ ਕੀਮਤ ਵਧੇਗੀ ਉਵੇਂ ਪੂਰਤੀ ਜਿਹੜੀ ਹੈ ਉਹ ਵਧੇਗੀ, ਠੀਕ। ਤਾਂ ਆ ਬਣ ਗਈ ਆਪਣੀ ਵਿਅਕਤੀਗਤ ਪੂਰਤੀ ਤਾਲਿਕਾ। ਅਗਰ ਸੌਖੀ ਕਰਕੇ ਬਣਾਣੀ ਹੈ ਤਾਂ ਆਪਾਂ ਹੋਰ ਈਜ਼ੀ ਕਰ ਸਕਦੇ ਹਾਂ। ਸਿੰਪਲ ਕੀ ਕਰ ਸਕਦੇ ਹੋ, ਇੱਥੇ ਕੀਮਤ ਲੈ ਲਓ 1 2 3 4 ਤੇ 5, ਠੀਕ। ਹੁਣ ਦੇਖੋ ਕੀਮਤ ਕੀ ਹੋ ਰਿਹਾ ਹੈ, ਵੱਧ ਰਹੀ ਹੈ, ਤੇ ਪੂਰਤੀ ਵੀ ਵਧਾ ਦਿਓ, ਪੂਰਤੀ ਵੀ ਲਿਖ ਦਿਓ 1 2 3 4 ਤੇ 5, थोड़ा सौखा हो जाएगा, ठीक है। तो आप सोचना नहीं पड़ेगा, बस सिर्फ इतना ध्यान रखना भी जिवें जिवें कीमत ਵਧਾओगे उवें की होनी है, पूर्ति जड़ी है वो ਵਧਾनी है। तो आप की कर सकते हैं, इस तरह आप ए फर्म की पूर्ति जड़ी है वो पता कर सकते हैं, जिन्हों आप नाम देंगे व्यक्तिगत पूर्ति। हुण एक हुंदा है व्यक्तिगत पूर्ति, एक हुंदा है आपा क्या सी बाजार पूर्ति। तो हुण बाजार पूर्ति का भी टेबल बन सकता है। ਤਾਂ ਦੂਸਰੀ ਜਿਹੜੀ ਆਪਾਂ ਪੂਰਤੀ ਦੀ ਗੱਲ ਕਰਨ ਜਾ ਰਹੇ ਹਾਂ ਉਹਨੂੰ ਆਪਾਂ ਕਹਾਂਗੇ ਬਾਜ਼ਾਰ ਪੂਰਤੀ ਤਾਲਿਕਾ। ਤਾਂ ਬਾਜ਼ਾਰ ਪੂਰਤੀ ਤਾਲਿਕਾ ਨਾਮ ਤੋਂ ਕਲੀਅਰ ਕਰੋ ਵੀ ਆਪਾਂ ਕੀ ਕਰਨਾ ਹੈ, ਇੱਕ ਤਾਲਿਕਾ ਬਣਾਣੀ ਹੈ, ਇੱਕ ਕੀ ਕਰਨਾ ਹੈ, ਟੇਬਲ ਬਣਾਣਾ ਹੈ। ਉਹ ਟੇਬਲ ਕੀ ਦਿਖਾਏਗਾ, ਪੂਰਤੀ ਦਿਖਾਏਗਾ। ਹੁਣ ਮੈਂ ਪੂਰਤੀ ਵਰਡ ਯੂਜ਼ ਕੀਤਾ, ਪੂਰਤੀ ਦੀ ਮਾਤਰਾ ਨਹੀਂ ਲਿਖਿਆ। ਕਿਉਂ ਨਹੀਂ ਲਿਖਿਆ, ਕਿਉਂਕਿ ਜੇ ਪੂਰਤੀ ਦੀ ਮਾਤਰਾ ਲਿਖਦਾ ਤਾਂ ਇੱਕ ਕੀਮਤ ਹੁੰਦੀ, ਉਸ ਇੱਕ ਕੀਮਤ ਦੇ ਸਾਹਮਣੇ ਇੱਕ ਹੀ ਪੂਰਤੀ ਪਈ ਹੁੰਦੀ, ਪਰ ਮੈਂ ਤਾਂ ਪੂਰਤੀ ਲਿਖਿਆ। ਮਤਲਬ ਇਹਦੇ ਵਿੱਚ ਮੈਂ ਕੀ ਕਰਾਂਗਾ, ਬਹੁਤ ਸਾਰੀਆਂ ਕੀਮਤਾਂ ਦਿਖਾਵਾਂਗਾ, ਉਹਦੇ ਸਾਹਮਣੇ ਮੈਂ ਬਹੁਤ ਸਾਰੀਆਂ ਪੂਰਤੀ ਦੀਆਂ ਮਾਤਰਾਵਾਂ ਦਿਖਾਵਾਂਗਾ। ਪਰ ਹੁਣ ਕਹਿੰਦਾ ਵੀ ਜੋ ਤੁਸੀਂ ਪੂਰਤੀ ਦਾ ਟੇਬਲ ਬਣਾਣਾ ਹੈ ਨਾ, ਉਹ ਕਿਸੇ ਇੱਕ ਵਿਅਕਤੀਗਤ ਫਰਮ ਦਾ ਨਹੀਂ ਬਣਾਉਣਾ, ਪੂਰੇ ਦੇ ਪੂਰੇ ਬਾਜ਼ਾਰ ਚ ਦੱਸੋ ਵੀ ਕਿੰਨੀਆਂ ਚੀਜ਼ਾਂ ਆ ਰਹੀਆਂ ਨੇ। मतलब जो पूर्ति दिखानी है पूरे दे पूरे बाजार दी दिखानी है। ਹੁਣ ਮੈਂ ਕੀ ਕਿਹਾ ਸੀ, ਮੈਂ ਕਿਹਾ ਸੀ ਅਗਰ ਬਾਜ਼ਾਰ ਪੂਰਤੀ ਦਾ ਪਤਾ ਲਗਾਉਣਾ ਹੈ ਤਾਂ ਕਿਵੇਂ ਪਤਾ ਲੱਗੇਗਾ ਵੀ ਆਪਾਂ ਕੀ ਕਰਾਂਗੇ, ਸਭ ਤੋਂ ਪਹਿਲਾਂ ਆਪਾਂ ਵਿਅਕਤੀਗਤ ਪੂਰਤੀ ਜਿਹੜੀ ਹੈ ਇਹਦਾ ਪਤਾ ਲਾ ਲਾਂਗੇ ਵੀ A ਫਰਮ ਨੇ ਕਿੰਨੀਆਂ ਚੀਜ਼ਾਂ ਭੇਜੀਆਂ, ਫਿਰ B ਨੇ ਕਿੰਨੀਆਂ ਭੇਜੀਆਂ, ਫਿਰ C ਨੇ ਕਿੰਨੀਆਂ ਭੇਜੀਆਂ, ਫਿਰ D ਨੇ ਕਿੰਨੀਆਂ ਭੇਜੀਆਂ, ਬਾਅਦ ਚ ਕੀ ਕਰਾਂਗੇ ਉਹਨਾਂ ਦਾ ਜੋੜ ਲਾ ਦਿਆਂਗੇ ਤਾਂ ਬਾਜ਼ਾਰ ਪੂਰਤੀ ਪਤਾ ਲੱਗ ਜਾਏਗੀ। ਤਾਂ ਆਪਣੇ ਕੋਲ ਜਿਹੜੀ ਕੀਮਤ ਹੈ ਉਹ ਆਪਾਂ ਨੂੰ ਦਿੱਤੀ ਹੋਈ ਹੈ, ਆਪਾਂ ਕੀਮਤ ਪੁਰਾਣੀ ਲੈ ਲੈਂਦੇ ਆ। कीमत है 1 2 3 4 ਤੇ 5, ਠੀਕ ਹੈ। ਆਪਾਂ ਮੰਨ ਲੈਂਦੇ ਆ ਕਿ ਬਾਜ਼ਾਰ ਦੇ ਵਿੱਚ ਉਸ ਚੀਜ਼ ਦੀ ਪੂਰਤੀ ਕਰਨ ਵਾਲੀਆਂ ਦੋ ਫਰਮਾਂ ਨੇ। ਦੋ ਕਿਉਂ ਲੈ ਰਹੇ ਆ, ਕਿਉਂਕਿ ਦੇਖੋ ਜਿੰਨੀਆਂ ਫਰਮਾਂ ਜ਼ਿਆਦਾ ਲਓਗੇ ਉਹਨੇ ਜੋੜ ਜ਼ਿਆਦਾ ਲਾਣੇ ਪੈਣਗੇ। ਕੱਲ ਨੂੰ ਆਪਾਂ ਐਸੇ ਪੂਰਤੀ ਤਾਲਿਕਾ ਤੋਂ ਕੀ ਕਰਨਾ ਹੈ, ਪੂਰਤੀ ਵਕਰ ਬਣਾਣੀ ਹੈ, ਮਤਲਬ ਉਹਦੀ ਡਾਇਗਰਾਮ ਬਣਾਣੀ ਹੈ, ਉਨੀਆਂ ਡਾਇਗਰਾਮ ਜ਼ਿਆਦਾ ਬਣਾਉਣੀਆਂ ਪੈਣਗੀਆਂ ਤਾਂ ਉਹਨਾਂ ਕੰਮ ਮੁਸ਼ਕਿਲ ਹੋ ਜਾਏਗਾ। ਤਾਂ ਆਪਾਂ ਮੰਨ ਲੈਂਦੇ ਆ ਕਿ ਬਾਜ਼ਾਰ ਦੇ ਵਿੱਚ ਕਿਸੇ ਵੀ ਚੀਜ਼ ਦੀ ਪੂਰਤੀ ਕਰਨ ਵਾਲੀਆਂ ਦੋ ਹੀ ਫਰਮਾਂ ਨੇ ਬਸ। ਇੱਕ ਹੈਗੀ ਹੈ A ਫਰਮ, ਤਾਂ ਆਪਾਂ ਇੱਥੇ ਲਿਖ ਦਿੰਦੇ ਆ A ਫਰਮ ਦੀ ਪੂਰਤੀ, ਠੀਕ। A ਫਰਮ ਦੀ ਪੂਰਤੀ ਆਪਾਂ ਆਲਰੇਡੀ ਬਣਾ ਚੁੱਕੇ ਆ। ਉਹ ਕਹਿੰਦੀ ਹੈ 1 2 3 4 ਤੇ 5, ਠੀਕ। ਇੱਕ ਫਰਮ ਹੋਰ ਹੈਗੀ ਹੈ B, ਤਾਂ ਆਪਾਂ ਇੱਥੇ ਲਿਖ ਦਿੰਦੇ ਆ B ਫਰਮ ਦੀ ਪੂਰਤੀ। B ਫਰਮ ਕਹਿੰਦੀ ਹੈ ਵੀ ਜਦੋਂ 1 ਰੁਪਿਆ ਰੇਟ ਹੈ ਤਾਂ ਮੈਂ ਦੋ ਚੀਜ਼ਾਂ ਭੇਜਾਂਗੀਆਂ, ਜਦੋਂ 2 ਰੁਪਏ ਰੇਟ ਹੈ ਮੈਂ ਤਿੰਨ ਚੀਜ਼ਾਂ ਭੇਜਾਂਗੀਆਂ, ਜਦੋਂ 3 ਰੁਪਏ ਰੇਟ ਹੈ ਤਾਂ ਮੈਂ ਚਾਰ ਚੀਜ਼ਾਂ ਭੇਜਾਂਗੀ, ਜਦੋਂ 4 ਰੁਪਏ ਰੇਟ ਹੈ ਤਾਂ ਮੈਂ ਪੰਜ ਚੀਜ਼ਾਂ ਭੇਜਾਂਗੀ, ਜਦੋਂ 5 ਰੁਪਏ ਰੇਟ ਹੈ ਉਦੋਂ ਮੈਂ 6 ਚੀਜ਼ਾਂ ਭੇਜਾਂਗੀ, ਠੀਕ।
ਤਾਂ ਹੁਣ ਅਗਰ ਆਪਾਂ ਮੰਨ ਲਿਆ ਵੀ ਬਾਜ਼ਾਰ 'ਚ ਸਿਰਫ ਦੋ ਹੀ ਫਰਮਾਂ ਨੇ, ਇੱਕ A ਹੈ ਤੇ ਇੱਕ B ਹੈ। ਹੁਣ ਦੇਖੋ A ਫਰਮ 1 ਰੁਪਏ ਕੀਮਤ ਤੇ ਇੱਕ ਚੀਜ਼ ਬਾਜ਼ਾਰ 'ਚ ਭੇਜ ਰਹੀ ਹੈ, B ਫਰਮ ਦੋ ਚੀਜ਼ਾਂ ਬਾਜ਼ਾਰ 'ਚ ਭੇਜ ਰਹੀ ਹੈ। ਤਾਂ ਹੁਣ ਸੋਚੋ ਬਾਜ਼ਾਰ 'ਚ ਟੋਟਲ ਕਿੰਨੀਆਂ ਚੀਜ਼ਾਂ ਆਣਗੀਆਂ। ਇੱਕ ਚੀਜ਼ A ਫਰਮ ਭੇਜੇਗੀ, ਦੋ ਚੀਜ਼ਾਂ ਬਾਜ਼ਾਰ B ਫਰਮ ਭੇਜੇਗੀ, ਤਾਂ ਬਾਜ਼ਾਰ 'ਚ ਕਿੰਨੀਆਂ ਚੀਜ਼ਾਂ ਆਣਗੀਆਂ? 3। ਕਿਵੇਂ ਪਤਾ ਲੱਗਿਆ? 1 ਤੇ 2 ਨੂੰ ਜੋੜ ਦਿਓ। ਐਵੇਂ ਰੇਟ ਹੈਗਾ 2 ਰੁਪਏ। A ਫਰਮ ਕਹਿੰਦੀ ਹੈ ਮੈਂ 2 ਰੁਪਏ ਰੇਟ ਤੇ ਦੋ ਚੀਜ਼ਾਂ ਭੇਜਾਂਗੀ ਬਾਜ਼ਾਰ 'ਚ। B ਕਹਿੰਦੀ ਹੈ ਮੈਂ 3 ਭੇਜਾਂਗੀ। ਹੁਣ 2 A ਭੇਜੇਗੀ, 3 A ਭੇਜੇਗੀ, ਤੇ ਬਾਜ਼ਾਰ 'ਚ ਕਿੰਨੀਆਂ ਚੀਜ਼ਾਂ ਆਣਗੀਆਂ? 5। ਤਾਂ ਬਸ ਕੁਝ ਨਹੀਂ ਕਰਨਾ। ਅਗਰ ਆਪਾਂ ਬਾਜ਼ਾਰ ਪੂਰਤੀ ਦਾ ਪਤਾ ਲਗਾਉਣਾ ਚਾਹੁੰਦੇ ਹਾਂ ਤਾਂ ਆਪਾਂ ਇਹਨਾਂ ਦੋਨਾਂ ਦਾ ਜੋੜ ਕਰ ਦਿਆਂਗੇ। ਤਾਂ 1 ਤੇ 2 ਕਿੰਨਾ ਹੋ ਗਿਆ? 3। 2 ਤੇ 3 ਕਿੰਨਾ ਹੋ ਗਿਆ? 5। 3 ਤੇ 4 ਕਿੰਨਾ ਹੋ ਗਿਆ? 7। 4 ਤੇ 5 ਕਿੰਨਾ ਹੋ ਗਿਆ? 9। 5 ਤੇ 6 ਕਿੰਨਾ ਹੋ ਗਿਆ? 11। ਤਾਂ ਬਣ ਗਈ ਆਪਣੇ ਕੋਲ ਬਾਜ਼ਾਰ ਪੂਰਤੀ ਤਾਲਿਕਾ। ਠੀਕ ਹੈ, ਤਾਂ ਬਾਜ਼ਾਰ ਪੂਰਤੀ ਤਾਲਿਕਾ ਕੀ ਕਰਦੀ ਹੈ? ਵੱਖ-ਵੱਖ ਕੀਮਤਾਂ ਦੇ ਉੱਪਰ 1 2 3 4 5 ਦੇ ਉੱਪਰ ਬਾਜ਼ਾਰ ਦੇ ਵਿੱਚ ਮੌਜੂਦ ਸਾਰੀਆਂ ਫਰਮਾਂ ਦੁਆਰਾ ਕਿੰਨੀ ਪੂਰਤੀ ਕੀਤੀ ਜਾਂਦੀ ਹੈ ਉਹਨੂੰ ਦਿਖਾਉਂਦੀ ਹੈ। ਤਾਂ A ਫਰਮ B ਫਰਮ ਦੁਆਰਾ ਮਿਲ ਕੇ ਕਿੰਨੀ ਪੂਰਤੀ ਕੀਤੀ ਜਾਂਦੀ ਹੈ? 1 ਰੁਪਏ ਕੀਮਤ ਤੇ 3 ਪੂਰਤੀ, 2 ਰੁਪਏ ਤੇ 5 ਪੂਰਤੀ, 3 ਰੁਪਏ ਤੇ 7 ਪੂਰਤੀ, 4 ਰੁਪਏ ਤੇ 9 ਪੂਰਤੀ, 5 ਰੁਪਏ ਤੇ 11 ਪੂਰਤੀ। ਤਾਂ ਵੱਖ-ਵੱਖ ਕੀਮਤਾਂ ਦੇ ਉੱਪਰ ਬਾਜ਼ਾਰ ਦੇ ਵਿੱਚ ਮੌਜੂਦ ਸਾਰੀਆਂ ਫਰਮਾਂ ਦੁਆਰਾ ਕਿੰਨੀ ਕਿੰਨੀ ਪੂਰਤੀ ਕੀਤੀ ਜਾਂਦੀ ਹੈ ਉਹਨੂੰ ਆਪਾਂ ਬਾਜ਼ਾਰ ਪੂਰਤੀ ਜਿਹੜੀ ਹੈ ਉਹ ਕਹਿ ਦਿੰਦੇ ਆ। ਤੇ ਆਪਣੇ ਕੋਲ ਬਾਜ਼ਾਰ ਪੂਰਤੀ ਤਾਲਿਕਾ ਜਿਹੜੀ ਹੈ ਉਹ ਬਣ ਗਈ। ਤਾਲਿਕਾ ਮਤਲਬ ਟੇਬਲ ਬਣ ਗਿਆ। ਹੁਣ ਆਪਾਂ ਕੀ ਕਰਦੇ ਹਾਂ? ਐਸੇ ਪੂਰਤੀ ਤਾਲਿਕਾ ਤੋਂ ਯਾਨੀ ਐਸੇ ਪੂਰਤੀ ਦੇ ਟੇਬਲ ਤੋਂ ਆਪਾਂ ਕੀ ਕਰਦੇ ਹਾਂ? ਆਪਾਂ ਬਣਾਉਂਦੇ ਆ ਪੂਰਤੀ ਵਕਰ। ਪੂਰਤੀ ਵਕਰ ਮਤਲਬ ਆਪਾਂ ਹੁਣੇ ਕਰਵ ਬਣਾਵਾਂਗੇ ਜਿੰਦੇ ਦੁਆਰਾ ਆਪਾਂ ਪੂਰਤੀ ਜਿਹੜੀ ਹੈ ਉਹਨੂੰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਤਾਂ ਆਪਾਂ ਬਣਾਉਣ ਲੱਗੇ ਆ ਪੂਰਤੀ ਵਕਰ। ਪੂਰਤੀ ਵਕਰ ਕੀ ਹੈ? ਉਹ ਕਹਿੰਦੇ ਜਿਹੜੀ ਤੁਸੀਂ ਪੂਰਤੀ ਤਾਲਿਕਾ ਬਣਾਈ, ਹੁਣੇ ਬਣਾਈ ਪੂਰਤੀ ਤਾਲਿਕਾ, ਉਸ ਪੂਰਤੀ ਤਾਲਿਕਾ ਨੂੰ ਕੀ ਕਰਨਾ ਹੈ? ਡਾਇਗਰਾਮ ਦੇ ਥਰੂ ਦਿਖਾਣਾ ਹੈ, ਯਾਨੀ ਉਹਦਾ ਇੱਕ ਰੇਖਾ ਚਿੱਤਰ ਬਣਾਉਣਾ ਹੈ। ਜਦੋਂ ਆਪਾਂ ਉਸ ਪੂਰਤੀ ਤਾਲਿਕਾ ਦਾ ਇੱਕ ਰੇਖਾ ਚਿੱਤਰ ਯਾਨੀ ਉਹਦੀ ਇੱਕ ਡਾਇਗਰਾਮ ਬਣਾਵਾਂਗੇ ਤਾਂ ਆਪਾਂ ਨੂੰ ਕੀ ਮਿਲੇਗੀ? ਇੱਕ ਕਰਵ ਮਿਲੇਗੀ, ਇੱਕ ਵਕਰ ਮਿਲੇਗੀ। ਜਿਵੇਂ ਆਪਾਂ ਨੂੰ ਮੰਗ ਵਕਰ ਮਿਲੀ ਸੀ ਜਿਹੜੀ ਕਿ ਹੇਠਾਂ ਵੱਲ ਹੁੰਦੀ ਸੀ। ਕਿਉਂ? ਕਿਉਂਕਿ ਕੀਮਤ ਦਾ ਤੇ ਮੰਗ ਦਾ ਕੀ ਹੁੰਦਾ ਹੈ? ਉਲਟਾ ਸੰਬੰਧ ਹੁੰਦਾ ਹੈ। ਉਲਟਾ ਸੰਬੰਧ ਹੁੰਦਾ ਹੈ ਤਾਂ ਪੂਰਤੀ ਵਕਰ ਕੀ ਹੋ ਰਹੀ ਹੈ? ਮੰਗ ਵਕਰ ਕੀ ਹੋ ਰਹੀ ਹੈ? ਹੇਠਾਂ ਵੱਲ ਆ ਰਹੀ ਹੈ। ਪਰ ਆਪਾਂ ਹੁਣੇ ਪ੍ਰੂਫ ਕੀਤਾ ਵੀ ਜਿਹੜੀ ਕੀਮਤ ਹੈ ਤੇ ਪੂਰਤੀ ਹੈ ਦੋਨਾਂ ਦਾ ਕੀ ਹੁੰਦਾ ਹੈ? ਸਿੱਧਾ ਸੰਬੰਧ ਹੁੰਦਾ ਹੈ। ਵੀ ਜਿਵੇਂ ਜਿਵੇਂ ਕੀਮਤ ਵਧੇਗੀ ਉਵੇਂ ਪੂਰਤੀ ਵਧੇਗੀ, ਤਾਂ ਸਿੱਧਾ ਸੰਬੰਧ ਹੋਏਗਾ। ਤਾਂ ਜਦੋਂ ਆਪਾਂ ਡਾਇਗਰਾਮ ਬਣਾਵਾਂਗੇ ਤਾਂ ਜਿਹੜੀ ਆਪਣੀ ਪੂਰਤੀ ਵਕਰ ਬਣੇਗੀ ਉਹ ਹੇਠਾਂ ਵੱਲ ਨਹੀਂ ਬਣੇਗੀ ਬਲਕਿ ਉਹ ਉੱਪਰ ਵੱਲ ਬਣੇਗੀ, ਜੋ ਕਿ ਕੀਮਤ ਤੇ ਪੂਰਤੀ ਦੇ ਵਿੱਚ ਸਿੱਧਾ ਸੰਬੰਧ ਜਿਹੜਾ ਹੈ ਉਹਨੂੰ ਦਿਖਾਏਗੀ। ਤਾਂ ਹੁਣ ਆਪਾਂ ਕੀ ਕਰਨਾ ਹੈ? ਪੂਰਤੀ ਵਕਰ ਬਣਾਣੀ ਹੈ। ਤਾਂ ਪੂਰਤੀ ਵਕਰ ਦੀ ਅਗਰ ਪਰਿਭਾਸ਼ਾ ਪੁੱਛ ਲਵੇ ਕਿ ਪੂਰਤੀ ਵਕਰ ਕੀ ਹੁੰਦੀ ਹੈ ਤਾਂ ਆਪਾਂ ਸਿੰਪਲ ਆਪਾਂ ਕਹਾਂਗੇ ਕਿ ਪੂਰਤੀ ਤਾਲਿਕਾ ਦਾ ਰੇਖਾ ਚਿੱਤਰੀ ਪੇਸ਼ੀਕਰਨ। ਰੇਖਾ ਚਿੱਤਰੀ ਪੇਸ਼ੀਕਰਨ ਮਤਲਬ ਪੂਰਤੀ ਤਾਲਿਕਾ ਨੂੰ ਰੇਖਾ ਚਿੱਤਰ ਦੁਆਰਾ ਪੇਸ਼ ਕਰਨ ਤੇ ਜਿਹੜੀ ਵਕਰ ਸਾਨੂੰ ਪ੍ਰਾਪਤ ਹੁੰਦੀ ਹੈ ਉਹਨੂੰ ਆਪਾਂ ਪੂਰਤੀ ਵਕਰ ਕਹਿੰਦੇ ਆ। ਪੂਰਤੀ ਤਾਲਿਕਾ ਨੂੰ ਰੇਖਾ ਚਿੱਤਰ ਦੇ ਤੌਰ ਤੇ ਪੇਸ਼ ਕਰਨ ਤੇ ਜੋ ਸਾਨੂੰ ਵਕਰ ਪ੍ਰਾਪਤ ਹੁੰਦੀ ਹੈ ਉਹਨੂੰ ਪੂਰਤੀ ਵਕਰ ਜਿਹੜਾ ਹੈ ਉਹ ਕਿਹਾ ਜਾਂਦਾ ਹੈ। ਤਾਂ ਹੁਣ ਦੇਖੋ, ਹੁਣ ਆਪਾਂ ਕਿੰਨੂੰ ਰੇਖਾ ਚਿੱਤਰ ਦੁਆਰਾ ਪੇਸ਼ ਕਰਨਾ ਹੈ? ਪੂਰਤੀ ਤਾਲਿਕਾ ਨੂੰ। ਤਾਂ ਪੂਰਤੀ ਤਾਲਿਕਾ ਕਿੰਨੀ ਤਰ੍ਹਾਂ ਦੀ? ਦੋ ਤਰ੍ਹਾਂ ਦੀ। ਇੱਕ ਵਿਅਕਤੀਗਤ ਪੂਰਤੀ ਤਾਲਿਕਾ, ਇੱਕ ਬਾਜ਼ਾਰ ਪੂਰਤੀ ਤਾਲਿਕਾ। ਤੇ ਜੇ ਆਪਾਂ ਪੂਰਤੀ ਤਾਲਿਕਾ ਨੂੰ ਰੇਖਾ ਚਿੱਤਰ ਦੁਆਰਾ ਦਿਖਾਣਾ ਹੈ ਉਦੋਂ ਤਾਂ ਆਪਾਂ ਨੂੰ ਪੂਰਤੀ ਵਕਰ ਮਿਲੇਗੀ। ਤਾਂ ਜੇ ਪੂਰਤੀ ਤਾਲਿਕਾ ਦੋ ਤਰ੍ਹਾਂ ਦੀ ਹੈ ਤਾਂ ਫਿਰ ਪੂਰਤੀ ਵਕਰ ਵੀ ਕਿੰਨੀ ਤਰ੍ਹਾਂ ਦੀ? ਦੋ ਤਰ੍ਹਾਂ ਦੀ। ਜਿਹੜੀ ਪੂਰਤੀ ਵਕਰ ਆਪਾਂ ਨੂੰ ਵਿਅਕਤੀਗਤ ਪੂਰਤੀ ਤਾਲਿਕਾ ਤੋਂ ਮਿਲੇਗੀ ਉਹਨੂੰ ਆਪਾਂ ਨਾਮ ਦੇਵਾਂਗੇ ਵਿਅਕਤੀਗਤ ਪੂਰਤੀ ਵਕਰ। ਠੀਕ ਹੈ, ਵਿਅਕਤੀਗਤ ਪੂਰਤੀ ਵਕਰ ਕਿੱਥੋਂ ਮਿਲੇਗੀ? ਵਿਅਕਤੀਗਤ ਪੂਰਤੀ ਤਾਲਿਕਾ ਤੋਂ। ਤਾਂ ਨਾਮ ਤੋਂ ਕਲੀਅਰ ਕਰੋ। ਵਿਅਕਤੀਗਤ ਪੂਰਤੀ ਵਕਰ ਤੋਂ ਭਾਵ ਅਜਿਹੀ ਵਕਰ ਤੋਂ ਹੈ ਜੋ ਇੱਕ ਵਿਅਕਤੀਗਤ ਫਰਮ ਦੁਆਰਾ, ਠੀਕ ਹੈ, ਵਿਅਕਤੀਗਤ ਪੂਰਤੀ ਵਕਰ ਤੋਂ ਭਾਵ ਉਸ ਵਕਰ ਤੋਂ ਹੈ ਜੋ ਇੱਕ ਵਿਅਕਤੀਗਤ ਫਰਮ ਦੇ ਦੁਆਰਾ ਵੱਖ
ਵੱਖ-ਵੱਖ ਸੰਭਵ ਕੀਮਤਾਂ ਤੇ ਪੂਰਤੀ ਲਈ ਭੇਜੀਆਂ ਜਾਣ ਵਾਲੀਆਂ ਵੱਖ-ਵੱਖ ਮਾਤਰਾਵਾਂ ਨੂੰ ਜਿਹੜਾ ਹੈ ਉਹ ਦਿਖਾਉਂਦੀ ਹੈ। ਤਾਂ ਹੁਣ ਆਪਾਂ ਕੀ ਕਰਾਂਗੇ, अगर आप व्यक्तिगत पूर्ति वक्र बनानी है तो सब तो पहला अपन की करना पेगा, अपन व्यक्तिगत पूर्ति तालिका बनानी पेगी, क्योंकि बिना तालिका तो वक्र किवें बनाओगे। तो आप इत्थे लिख लिया कीमत, अच्छा आप लिख लिया ए फर्म दी पूर्ति, ठीक है। पहला टेबल बना लो, टेबल कितना बनाना है, व्यक्तिगत दा बनाना है। तो व्यक्तिगत मतलब खाली ए फर्म। तो जो आप पहला टेबल बनाया सी ओही दोबारा ले रहे हैं, 1 2 3 4 ਤੇ 5 ਇਹ ਆਪਣੇ ਕੋਲ ਕੀਮਤਾਂ ਨੇ। ਇਹਦੇ ਸਾਹਮਣੇ ਆਪਾਂ ਪੂਰਤੀ ਦੀ ਗੱਲ ਕਰਦੇ ਹਾਂ, 1 2 3 4 ਤੇ 5, ਠੀਕ ਹੋ ਗਿਆ, ਇਹ ਪੂਰਤੀ ਹੋ ਗਈ। ਹੁਣ ਆਪਾਂ ਕੀ ਕਰਨਾ ਹੈ, ਇਹਦੀ ਹੀ ਡਾਇਗਰਾਮ ਬਣਾ ਦੇਣੀ ਹੈ। ਤਾਂ ਡਾਇਗਰਾਮ ਬਣਾਣੀ ਹੈ ਤਾਂ ਫਿਰ ਆਜੋ ਡਾਇਗਰਾਮ ਬਣਾਉਣ ਲੱਗਿਆ। x ਐਕਸਿਸ y ਐਕਸਿਸ ਵਾਲੋ, ਤਾਂ ਇੱਧਰ y ਐਕਸਿਸ ਹੋ ਗਿਆ, ਇੱਧਰ x ਐਕਸਿਸ ਹੋ ਗਿਆ, ਇੱਥੇ ਹੋ ਗਈ a ਫਰਮ ਦੀ ਪੂਰਤੀ। x एक्सिस से ਆਪਾਂ ਕੀ ਲੈ ਲਿਆ, a ਫਰਮ ਦੀ ਪੂਰਤੀ। ਤਾਂ y एक्सिस से ਆਪਾਂ ਕੀ ਲੈਣਾ ਹੈ, ਕੀਮਤ, ਠੀਕ ਹੈ। ਹੁਣ y एक्सिस से ਕੀਮਤ ਕਿਉਂ ਲੈਣੇ ਆ ਤੇ x एक्सिस से ਪੂਰਤੀ ਕਿਉਂ ਲੈਂਦੇ ਆ, ਸੇਮ ਲੌਜੀਕ ਜੋ ਆਪਾਂ ਮੰਗ ਵਕਰ ਵਾਸਤੇ ਕੀਤਾ ਸੀ ਵੀ ਇੱਧਰ ਆਪਾਂ ਕੀਮਤ ਲਈ ਸੀ, ਇੱਧਰ ਆਪਾਂ ਮੰਗ ਲਈ ਸੀ। ਹੁਣ ਮੈਂ ਉਦੋਂ ਕਿਹਾ ਸੀ ਵੀ ਦੋਨਾਂ ਦੇ ਵਿੱਚ ਨਾ ਇਹ ਨਾ ਸੋਚਿਆ ਜੇ ਵੀ ਲੋ ਜੀ ਇੱਧਰ ਸੁਤੰਤਰ ਚਰ ਲੈਣੇ ਨੇ, ਇੱਧਰ ਨਿਰਭਰ ਚਰ ਲੈਣੇ ਨੇ, ਉਹ ਆਈਡੀਆ ਮੈਂ ਪਹਿਲਾਂ ਹੀ ਫੇਲ ਕਰਾਤਾ ਸੀ। ਹੁਣ ਦੇ ਪਿੱਛੇ ਲੌਜਿਕ ਕੀ ਹੈ ਇਹ अगर पता करना है तो मांग वाले चैप लेक्चर देख लो, उतो पता लग जाएगा, मैं दोबारा डिस्कस नहीं करूंगा इस चीज को। ਤਾਂ ਹੁਣ ਆਪਾਂ ਕੀ ਕਰਨਾ ਹੈ, ਇੱਥੇ ਆਪਾਂ ਲੈਣੀ ਹੈ ਕੀਮਤ। ਤਾਂ ਕੀਮਤ ਕਿੰਨੀ ਆਪਣੇ ਕੋਲ, 1 2 3 4 5, ਤਾਂ ਇਧਰ 1 2 3 4 5 ਲਿਖੋ, 1 2 3 4 ਤੇ 5 ਹੋ ਗਿਆ। ਇਧਰ ਪੂਰਤੀ ਲਿਖੋ ਕਿੰਨੀ ਹੈ, 1 2 3 4 5, ਤਾਂ ਇਧਰ ਵੀ ਆ ਜਾਏਗਾ 1 2 3 4 ਤੇ 5, ठीक। तो हुण आपां इहदी डायग्राम बनानी है, देखो किवें बनेगी। कीमत 1 पूर्ति 1, तो इधर कीमत लो 1, तो उनके सामने इधर पूर्ति लो 1, ये वाला पॉइंट आ गया। कीमत 2 पूर्ति 2, इधर कीमत लो 2, उनके सामने इधर पूर्ति लो 2, तो ये पॉइंट आ गया। कीमत 3 पूर्ति 3, तो इधर कीमत लो 3, तो उनके सामने इधर पूर्ति लो 3, तो आ पॉइंट आ गया। कीमत 4 पूर्ति 4, इधर कीमत लो 4, इधर पूर्ति लो 4, तो ये पॉइंट आ गया। कीमत 5 पूर्ति 5, इधर कीमत लो 5, इधर पूर्ति लो 5, तो आ पॉइंट आ गया। तो सारे पॉइंट्स को मिला दो, तो सारे पॉइंट्स को मिलावांगे तो एक ऊपर वाल जाती हुई वक्र मिलेगी एस एस, तनु ਆਪਾਂ एस एस मतलब एस मतलब सप्लाई, ਤਾਂ ਆਪਾਂ ਨੂੰ ਪੂਰਤੀ ਵਕਰ ਜਿਹੜੀ ਹੈ ਉਹ ਕਹਿ ਦਿੰਦੇ ਆ। ਤਾਂ ਪੂਰਤੀ ਵਕਰ ਜਿਹੜੀ ਹੈ ਆਪਾਂ ਕਿੰਨੀਆਂ ਫਰਮਾਂ ਦੀ ਬਣਾਈ ਹੈ, ਇੱਕ ਫਰਮ ਦੀ, ਕਿਹੜੀ A ਫਰਮ ਦੀ। ਤਾਂ ਆਪਾਂ ਨਾਮ ਦੇਾਂਗੇ A ਫਰਮ ਦੀ ਪੂਰਤੀ, ਯਾਨੀ ਕਿ ਇੱਕ ਫਰਮ ਦੀ ਪੂਰਤੀ, ਯਾਨੀ ਕਿ ਵਿਅਕਤੀਗਤ ਪੂਰਤੀ। ਵਿਅਕਤੀਗਤ ਪੂਰਤੀ ਨੂੰ ਆਪਾਂ ਕਿਹਦੇ ਦੁਆਰਾ ਦਿਖਾਇਆ, ਇੱਕ ਤਾਲਿਕਾ ਦੁਆਰਾ ਦਿਖਾਇਆ। ਉਸ ਤੋਂ ਬਾਅਦ ਆਪਾਂ ਨੂੰ ਕੀ ਕੀਤਾ, ਰੇਖਾ ਚਿੱਤਰ ਦੁਆਰਾ ਦਿਖਾਇਆ। ਜੋ ਰੇਖਾ ਚਿੱਤਰ ਦੁਆਰਾ ਦਿਖਾਇਆ ਆਪਾਂ ਨੂੰ ਇੱਕ ਵਕਰ ਮਿਲੀ ਜਿਹੜੀ ਕਿ ਉੱਪਰ ਵੱਲ ਜਾ ਰਹੀ ਹੈ, ਜਿਹੜੀ ਕਿ y ਐਕਸਿਸ ਤੇ x ਐਕਸਿਸ ਦੇ ਵਿੱਚ ਸਿੱਧਾ ਸੰਬੰਧ ਦਿਖਾ ਰਹੀ ਹੈ। ਯਾਨੀ ਜਿਵੇਂ ਜਿਵੇਂ ਇੱਥੇ ਕੀਮਤ ਵਧ ਰਹੀ ਹੈ, ਦੇਖੋ ਇੱਥੇ ਕੀਮਤ ਉੱਪਰ ਵੱਲ ਜਾ ਰਹੀ ਹੈ, ਉਵੇਂ ਮੈਂ ਇੱਧਰ ਕੀ ਪੂਰਤੀ ਜਿਹੜੀ ਹੈ ਉਹ ਵੀ ਕੀ ਹੋ ਰਿਹਾ ਹੈ, ਵੱਧ ਰਹੀ ਹੈ। ਤਾਂ ਦੋਨਾਂ ਦੇ ਵਿੱਚ ਕਿਉਂਕਿ ਸਿੱਧਾ ਸੰਬੰਧ ਹੈ, ਇਹ ਵੀ ਵੱਧ ਰਿਹਾ ਇਹ ਵੀ ਵੱਧ ਰਿਹਾ, ਤਾਂ ਇਹਨੂੰ ਆਪਾਂ ਕਹਾਂਗੇ ਪੂਰਤੀ ਵਕਰ, ਜੋ ਕਿ ਕੀਮਤ ਤੇ ਪੂਰਤੀ ਦੇ ਵਿੱਚ ਪਾਏ ਜਾਣ ਵਾਲੇ ਸਿੱਧੇ ਸੰਬੰਧ ਨੂੰ ਦਿਖਾਉਂਦੀ ਹੈ, ਜਿਸ ਕਰਕੇ ਪੂਰਤੀ ਵਕਰ ਦੀ ਢਲਾਨ ਜਿਹੜੀ ਹੈ ਉਹ ਕੀ ਹੁੰਦੀ ਹੈ, ਉੱਪਰ ਵੱਲ ਜਿਹੜਾ ਹੈ ਉਹ ਹੋਇਆ ਕਰਦੀ ਹੈ। ਤਾਂ ਇਹ ਤਾਂ ਬਣ ਗਿਆ ਆਪਣੇ ਕੋਲ ਵਿਅਕਤੀਗਤ ਪੂਰਤੀ ਵਕਰ। ਹੁਣ ਆਪਾਂ ਕੀ ਕਰਦੇ ਆ, ਹੁਣ ਆਪਾਂ ਬਣਾਉਂਦੇ ਆ ਬਾਜ਼ਾਰ ਪੂਰਤੀ ਵਕਰ। ਹੁਣ ਜੇ ਆਪਾਂ ਬਾਜ਼ਾਰ ਪੂਰਤੀ ਵਕਰ ਬਣਾਣੀ ਹੈ ਤਾਂ ਉਹਦੇ ਵਾਸਤੇ ਆਪਾਂ ਨੂੰ ਕੀ ਕਰਨਾ ਪਏਗਾ, ਪਹਿਲਾਂ ਆਪਾਂ ਨੂੰ ਬਾਜ਼ਾਰ ਪੂਰਤੀ ਤਾਲਿਕਾ ਬਣਾਣੀ ਪਏਗੀ। ਤਾਂ ਇੱਧਰ ਆਪਾਂ ਲਾਂਗੇ ਉੱਪਰ, ਇੱਥੇ ਆਪਾਂ ਲਾਂਗੇ ਕੀਮਤ, ਫਿਰ ਆਪਾਂ ਇੱਥੇ ਲਾਂਗੇ A ਫਰਮ ਦੀ ਪੂਰਤੀ, ਫਿਰ ਆਪਾਂ ਲਾਂਗੇ ਇੱਥੇ B ਫਰਮ ਦੀ ਪੂਰਤੀ। ਦੋ ਫਰਮਾਂ ਮੰਨ ਕੇ ਚੱਲ ਰਹੇ ਆ, ਇੱਥੇ ਆਪਾਂ ਲਾਂਗੇ ਬਾਜ਼ਾਰ ਪੂਰਤੀ, ठीक है। ऐसे बाजार पूर्ति ले लेंगे, तब कीमत 1 2 3 4 5, ए फर्म दी पूर्ति होनी ले लेने 1 2 3 4 5। बी फर्म दी पूर्ति आप ऑलरेडी दिखा चुके हैं, कितनी है
2 3 4 5 6 बाजार पूर्ति पता लगानी है तो दोनों ਨੂੰ जोड़ दो तो कितना आएगा 3 5 7 9 ਤੇ 11 ठीक हुन की होएगा हुन अगर ਆਪਾਂ बाजार पूर्ति बनानी है अपन ਨੂੰ ਉਹਦੇ ਵਾਸਤੇ ਤਿੰਨ ਡਾਇਗਰਾਮ ਬਣਾਉਣੀਆਂ ਪੈਣਗੀਆਂ पहली डायग्राम बनेगी कीमत दी ते ए फर्म दी पूर्ति फिर बनेगी कीमत ते बी फर्म दी पूर्ति फिर बनेगी कीमत ते बाजार पूर्ति ਤਾਂ ਆਪਾਂ बाजार पूर्ति ਚ ਕੀ ਕਰਾਂਗੇ ਇਹਨਾਂ ਦੋਨਾਂ ਨੂੰ ਜੋੜਾਂਗੇ पर जो समझण वाली गल है वो ये है भी जदों ਆਪਾਂ ਇਹ ਤਿੰਨ ਡਾਇਗਰਾਮ ਬਣਾਉਣੀਆਂ ਨੇ ਤਾਂ ਤਿੰਨੋਂ ਡਾਇਗਰਾਮ ਇੱਕ ਲਾਈਨ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਇਹ ਨਹੀਂ ਹੈਗਾ ਵੀ ਦੋ ਡਾਇਗਰਾਮ ਉੱਪਰ ਬਣਾਤੀਆਂ ਇੱਕ ਥੱਲੇ ਬਣਾਤੀ ਜਾਂ ਕੀ ਕੀਤਾ एक डायग्राम ਇੱਥੇ ਬਣਾਈ ਇੱਕ ਇੱਥੇ ਬਣਾਈ ਇੱਕ ਇੱਥੇ ਬਣਾਈ ਇਹ ਲਾਈਨ ਚ ਬਣਾਤੀਆਂ ਖੜਵੀਆਂ ਨਹੀਂ क्यों नहीं बनानिया क्योंकि देखो जो ਆਪਾਂ बाजार पूर्ति निकाली है ਆਪਾਂ बाजार पूर्ति ਕਿਵੇਂ ਨਿਕਾਲੀ ਆਪਾਂ ਜੋੜ ਕੀਤਾ ਨਾ ਕਿੰਦਾ A ਫਰਮ ਦੀ ਪੂਰਤੀ ਦਾ ਤੇ B ਫਰਮ ਦੀ ਪੂਰਤੀ ਦਾ ਜਿਹੜਾ ਜੋੜ ਕੀਤਾ ਉਹ ਕਿਵੇਂ ਕੀਤਾ ਉਹ ਆਪਾਂ ਇਸ ਤਰ੍ਹਾਂ ਕੀਤਾ ਹੈ ਕਾਲਮ ਵਾਈਜ਼ ਨਾ ਆਪਾਂ ਕੀ ਕੀਤਾ ਹੈ ਐ ਕੀਤਾ ਹੈ ਲਾਈਨ ਵਾਈਜ਼ ਹੈ ਨਾ 1 2 3 2 3 5 3 4 7 4 5 9 5 6 11 जो ਆਪਾਂ ਜੋੜ ਕੀਤਾ ਨਾ ਉਹ ਆਪਾਂ ਲਾਈਨ ਵਾਈਜ਼ ਕੀਤਾ ਇਸ ਤਰ੍ਹਾਂ ਚੱਲੇ ਆ ਤਾਂ ਫਿਰ ਜਿਹੜੇ ਡਾਇਗਰਾਮ ਨੇ ਉਹ ਵੀ ਇਸ ਤਰ੍ਹਾਂ ਜਾਣ ਗਿਆ ਤਾਂ ਤਿੰਨੋਂ ਡਾਇਗਰਾਮ ਬਿਲਕੁਲ ਇੱਕ ਲਾਈਨ ਚ ਬਣਨ ਅਗਰ ਬਿਲਕੁਲ ਲਾਈਨ ਚ ਬਣਨ ਗਿਆ ਤਾਂ ਹੀ ਸਹੀ ਬਣੇਗੀ ਨਹੀਂ ਤਾਂ ਗਲਤ ਤਾਂ ਕੀ ਕਰਾਂਗੇ ਹੁਣ ਥੋੜੀ ਕਿ ਆਪਾਂ ਜਗ੍ਹਾ ਬਚਾਉਣ ਦੀ ਕੋਸ਼ਿਸ਼ ਕਰਦੇ ਆ ਠੀਕ ਹੈ ਤਾਂ ਇਸ ਹਿਸਾਬ ਨਾਲ ਬਣਾਉਣਾ ਤਾਂ ਕਿ ਤੁਹਾਡੇ ਪੇਜ ਦੇ ਉੱਪਰ ਤਿੰਨ ਡਾਇਗਰਾਮ ਜਿਹੜੀਆਂ ਇੱਕ ਲਾਈਨ ਦੇ ਵਿੱਚ ਆ ਜਾਣ ਜੇ ਤਾਂ ਆ ਗਈਆਂ ਫਿਰ ਤਾਂ ਗੱਲ ਹੈਗੀ ਸਹੀ ना आया तो गड़बड़ ठीक है तो आ बन गई दूसरी तो इनके बिल्कुल सामने बनेगी तीसरी तो उस हिसाब से एक्स एक्सिस से वाई एक्सिस लिया जाए ताकि तुहाडियां तीनों डायग्राम एक लाइन दे विच जड़ियां वो आ जान तो देखो जिवें मैं बना दिया तीनों आ गई ने इको लाइन दे विच तो क्योंकि आपां तिन्नां नूं कीमत दे नाल संबंधित करना है तो वाई एक्सिस लिख के की करना तिन्नां दे वाई एक्सिस दे ऊपर कीमत ले लेना ठीक हो गया हुन एक्स एक्सिस ते की लांगे पहला लांगे ए फर्म दी पूर्ति इथे लांगे ए फर्म दी पूर्ति हुन इधर की लांगे दूजी किंदे से बनाई है बी फर्म दी पूर्ति इधर आ गई बी फर्म दी पूर्ति तीसरी बनावांगे बाजार पूर्ति इथे अपन बाजार पूर्ति लिख लेने ठीक हो गया हुन मैं की किया सी मैं क्या सी दो ही फर्मा मन्निया छे क्योंकि जे तीन फर्म मान लेंदा फिर की हुंदा एक डायग्राम होर बनानी पैंदी तो चार डायग्राम एक लाइन च हुंदियां ठीक तो इस करके दो फर्मा जड़ियां ने वो सही तो आपां इत्थे सब तो पहला लांगे कीमत तो कीमत अपने कोल 5 तक है 1 2 3 4 ते 5 हुन जो कीमत ए फर्म वास्ते है ਉਹੀ कीमत बी फर्म वास्ते है ਉਹੀ कीमत बाजार वास्ते है यानी 1 2 3 4 5 ਇਹਦਾ ਇਹਦਾ ਤੇ ਇਹਦਾ ਬਿਲਕੁਲ ਆਮਨੇ ਸਾਹਮਣੇ ਹੋਣੇ ਚਾਹੀਦੇ ਨੇ ਕਿਸੇ ਤਰ੍ਹਾਂ ਦਾ ਫਰਕ ਨਹੀਂ ਹੋਣਾ ਚਾਹੀਦਾ ਤਾਂ ਆਪਾਂ ਕੀ ਕਰਦੇ ਆ ਆਪਾਂ ਇੱਧਰ ਇੱਕ ਦੇ ਬਿਲਕੁਲ ਸਾਹਮਣੇ ਇੱਧਰ ਇੱਕ ਲੈ ਲੈਨੇ ਆ ਆ ਦੋ ਦੇ ਸਾਹਮਣੇ ਦੋ ਲੈ ਲੈਨੇ ਆ ਆ ਤਿੰਨ ਦੇ ਸਾਹਮਣੇ ਤਿੰਨ ਲੈ ਲੈਨੇ ਆ ਆ ਚਾਰ ਦੇ ਸਾਹਮਣੇ ਚਾਰ ਲੈ ਲੈਨੇ ਆ ਤੇ ਆ ਪੰਜ ਦੇ ਸਾਹਮਣੇ ਪੰਜ ਲੈ ਲੈਨੇ ਆ ਐਵੇਂ ਹੀ ਇਹਦਾ ਤੇ ਇਹਦਾ ਸੇਮ ਹੋਣਾ ਚਾਹੀਦਾ ਐਸੇ ਲਾਈਨ ਨੂੰ ਅੱਗੇ ਲੈ ਜਾਓ ਤਾਂ ਆ ਇਹਦਾ ਇੱਕ ਹੋ ਗਿਆ ਆ ਦੋ ਹੋ ਗਿਆ ਆ ਤਿੰਨ ਆ ਚਾਰ ਤੇ ਆ ਪੰਜ ਠੀਕ ਹੈ ਸਾਰੀਆਂ ਕੀਮਤਾਂ ਬਿਲਕੁਲ ਆਮਨੇ ਸਾਹਮਣੇ ਹੋਣੀਆਂ ਚਾਹੀਦੀਆਂ ਨੇ ਇਸ ਗੱਲ ਦਾ ਧਿਆਨ ਰੱਖਣਾ ਹੈ ਤਾਂ ਇੱਧਰ 1 2 3 4 ਤੇ 5 ਐਵੇਂ ਇੱਧਰ ਆ ਜਾਏਗਾ 1 2 3 4 ਤੇ 5 ठीक है ਹੁਣ ਆਪਾਂ ਇਹ ਦਿਖਾਣੀ ਹੈ ਕਿੰਨੀ ਪੂਰਤੀ ਹੋ ਰਹੀ ਹੈ ਤਾਂ 1 2 3 4 ਤੇ 5 ਇਧਰ ਆਪਾਂ 6 ਤੱਕ ਜਾਣਾ ਹੈ ਤਾਂ 1 2 3 4 5 ਤੇ 6 ਹੁਣ ਧਿਆਨ ਰੱਖਣਾ ਇਹ ਨਹੀਂ ਕਰਨਾ ਵੀ ਇਹ 2 ਤੋਂ ਸ਼ੁਰੂ ਹੁੰਦਾ ਪਿਆ ਤਾਂ 2 ਤੋਂ ਸ਼ੁਰੂ ਕਰ ਲਿਆ ਨਹੀਂ 2 ਤੋਂ ਸ਼ੁਰੂ ਕਰੋਗੇ ਸਾਰਾ ਸਕੇਲ ਗੜਬੜ ਹੋ ਜਾਏਗਾ ਕਿਉਂ ਕਿਉਂਕਿ ਜਦੋਂ ਆਪਾਂ ਨੂੰ ਗ੍ਰਾਫ ਤੇ ਬਣਾਉਂਦੇ ਆ ਤਾਂ ਗ੍ਰਾਫ ਦੇ ਵਿੱਚ ਕੀ ਹੁੰਦਾ ਹੈ ਇੱਕ ਖੰਨੇ ਵਿੱਚ 10 ਲਾਈਨਾਂ ਹੁੰਦੀਆਂ ਜੇ ਮੰਨ ਲਓ ਤੁਸੀਂ ਇਹਨੂੰ 2 ਤੋਂ ਸ਼ੁਰੂ ਕਰ ਲਿਆ ਤਾਂ ਕੀ ਹੋਏਗਾ ਪਹਿਲਾ ਖੰਨਾ ਯਾਨੀ ਕਿ ਪਹਿਲੀਆਂ 10 ਲਾਈਨਾਂ ਕਿੰਨੇ ਦੀਆਂ ਮੰਨ ਲਿਆ ਤੁਸੀਂ 2 ਦੀਆਂ ਤੁਸੀਂ ਲਿਖੋਗੇ 2 3 4 5 6 ਪਹਿਲੀਆਂ 10 ਲਾਈਨਾਂ 2 ਦੀਆਂ ਅਗਲੀਆਂ 10 ਲਾਈਨਾਂ ਕਿੰਨੇ ਦੀਆਂ ਹੋ ਗਈਆਂ 1 ਦੀਆਂ ਤਾਂ ਸਕੇਲ ਗੜਬੜ ਹੋ ਗਿਆ ਤਾਂ ਸਕੇਲ ਸਹੀ ਰੱਖਣਾ ਹੈ ਅਗਲੇ 3 5 7 9 11 ਤਾਂ ਇਹ ਨਹੀਂਗਾ 3 ਤੋਂ ਸ਼ੁਰੂ ਕਰ ਲਿਆ ਜੀ 2 4 6 8 10 ਤੇ 12
ठीक है, स्केल सेम होना चाहिए। तो पहला ए फर्म दी बनाने आ, 1 ते 1, 2 ते 2, 3 ते 3, 4 ते 4 ते 5 ते 5। आ बन गई ए फर्म दी। आ जेडे सारे पॉइंट्स आए इन्हू मिला देने आ बन गई एस ए। एस मतलब सप्लाई यानी कि पूर्ति, ए मतलब ए फर्म दी। हुण इत्थे आ जाओ, एक कीमत ते पूर्ति 2 है, तो एक कीमत ते 2, 2 ते 3, 3 ते 4, 4 ते 5 ते 5 ते 6। तो आ बन गई अपनी अगली पूर्ति वक्र। तो इन्हू सारे मिला दो, आ सारे मिलाओगे बनेगी एस बी। एस मतलब सप्लाई, बी मतलब बी फर्म की, ठीक है। हुण इधर आ जाओ, हुण इधर हम जोड़ो, एक कीमत ते 3 है, तो 3 कित्थे आएगा 2 ते 4 दे विचकार। तो एक कीमत ते कितना है 3, 2 कीमत ते है 5, 5 4 ते 6 दे विचकार आ जाएगा। 3 कीमत ते है 7, 7 6 ते 8 दे विचकार आ जाएगा। 4 कीमत ते है 9, 9 8 ते 10 दे विचकार आ जाएगा। ते 5 कीमत ते है 11, 11 जिहड़ा है वो 10 ते 12 दे विचकार आ जाएगा। तो आ सारे पॉइंट्स जिहड़े ने अगर आप मिला दिए तो आपको मिलेगी एक ऊपर जाती हुई वक्र। इन्हू आप नाम देंगे एस एम। एम मतलब मार्केट, एस मतलब सप्लाई यानी कि मार्केट दी सप्लाई मतलब बाजार पूर्ति, ठीक हो गया। तो हुण की करना है, ध्यान की रखना है, बिल्कुल इन्हों आमने सामने बनाना है ताकि आप कह सकिए कि जिहड़ी बाजार पूर्ति है वो की है, जिहड़ियां व्यक्तिगत पूर्तियां ने मतलब ए फर्म दी पूर्ति, बी फर्म दी पूर्ति दा की है हॉरिजॉन्टल समेशन है। हॉरिजॉन्टल मतलब लेटवा, मतलब जो आप कर रहे हैं इस तरह जोड़ कर रहे हैं, आप इस तरह जोड़ नहीं कर रहे, खड़वा जोड़ नहीं हैगा बल्कि लेटवा जोड़ है। तो ये सी अपने कोल बाजार पूर्ति वक्र। तो आज आप सीखा कि पूर्ति तालिका की चीज हुंदी है, पूर्ति वक्र की चीज हुंदी है, पूर्ति तालिका किन्नी तरह दी, पूर्ति वक्र किन्नी तरह दी। ऐसे अपना अज दा लेक्चर, अगले लेक्चर कुछ होर टॉपिक लेके आवांगे पूर्ति दे नाल संबंधित। तो मिलते हैं अपने अगले लेक्चर दे विच। टिल देन इट्स गुड बाय फ्रॉम माय साइड। थैंक यू वेरी मच एंड ऑल द बेस्ट।